ਸ੍ਰੀ ਨਾਨਕ ਅੰਗਦ ਗੁਰੂ ਅਮਰਦਾਸ ਪਦ ਬੰਦ। ਰਾਮਦਾਸ ਅਰਜਨ ਗੁਰੂ ਬਰ ਸ੍ਰੀ ਹਰਗੋਬਿੰਦ। ਹਰੀ ਰਾਏ ਹਰਿ ਕ੍ਰਿਸ਼ਨ ਗੁਰੂ ਤੇਗ ਬਹਾਦਰ ਚੰਦ। ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ। ਜਿਸ ਮੈਂ ਹੈ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਵੈਰਾਗ। ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨਰਾਗ। ਸ੍ਰੀ ਗੁਰ ਸ਼ਬਦ ਕੋ ਮਾਏ ਜਿਨ ਜੀਤੇ ਪੰਚ ਬਿਕਾਰ। ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਧਾਰ। ਏਕ ਓੰਕਾਰਾ ਸਤਿਗੁਰੂ ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੁਣੀਏ ਸ੍ਰੀ ਅੰਗਦ ਇਤਿਹਾਸਾ। ਮੈਂ ਇੱਕ ਦਿਵਸ ਸਲਖਣੀ ਪਾਸਾ। ਸਹਿਜ ਸੁਭਾਏ ਸੋ ਬੈਠਿਓ ਜਾਈ। ਇਸ ਬਿਦ ਮੁਝ ਕੋ ਗਿਰਾ ਅਲਾਈ। ਸੁਣੀਏ ਸ੍ਰੀ ਅੰਗਦ ਇਤਿਹਾਸਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਗਰੀਬ ਨਿਵਾਜ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ। ਦਸੇ ਗੁਰੂ ਸਾਹਿਬਾਨਾਂ ਦੀ ਆਤਮਕ ਜੋਤ ਜਾਗਦੀ ਜੋਤ। ਚਵਰ ਛਤਰ ਸਿੰਘਾਸਨ ਤਖਤ ਦੇ ਮਾਲਕ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਤਿਗੁਰੂ ਜੀ ਦੀ ਸਾਜੀ ਨਿਵਾਜੀ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ। ਆਪ ਗੁਰੂ ਕੀਆਂ ਸੰਗਤਾਂ ਕਰਮਾਂ ਵਾਲੇ ਵੱਡਿਆਂ ਭਾਗਾਂ ਵਾਲੇ ਵਡਭਾਗੀ ਹੋ ਜੋ ਨਿਤਨੇਮ ਨਾਲ ਹੀ ਸਾਹਿਬ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਪਾਵਨ ਪਵਿੱਤਰ ਸਥਾਨ ਵਿਖੇ ਹਾਜ਼ਰੀਆਂ ਭਰਦੇ ਹੋ। ਗੁਰੂ ਸਾਹਿਬ ਜੀ ਦੀ ਤੁਰ ਕੀ ਬਾਣੀ ਦੇ ਜਾਪ, ਸਤਿਗੁਰੂ ਜੀ ਦੀ ਸੱਚ ਕੀ ਬਾਣੀ ਦੇ ਜਾਪ, ਗੁਰੂ ਘਰ ਦੇ ਗ੍ਰੰਥੀ ਸਾਹਿਬਾਨ ਜੀ ਦੀ ਰਸਨਾ ਤੋਂ ਆਪ ਸੰਗਤਾਂ ਨੇ ਬਾਣੀ ਸਰਵਣ ਕੀਤੀ ਹੈ। ਗੁਰੂ ਚਰਨਾਂ ਵਿੱਚ ਅਰਦਾਸ ਹੋਈ। ਪਾਵਨ ਪਵਿੱਤਰ ਹੁਕਮਨਾਮੇ ਸਰਵਣ ਕਰਕੇ ਲਾਹੇ ਲਏ ਹੈ। ਇਸ ਤੋਂ ਉਪਰੰਤ ਹੀ ਜੋ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਪਵਿੱਤਰ ਇਤਿਹਾਸ ਲੜੀਵਾਰ ਰੂਪ ਵਿੱਚ ਆਪਾਂ ਪੜ੍ਹ ਸੁਣ ਰਹੇ ਹਾਂ। ਹੁਣ ਉਸ ਕਥਾ ਦਾ ਸਮਾਂ ਹੋਇਆ ਹੈ। ਜਿਵੇਂ ਕੱਲ੍ਹ ਦੇ ਦੀਵਾਨਾਂ ਵਿੱਚ ਸਰਵਣ ਕੀਤਾ ਸੀ ਕਿ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਸ੍ਰੀ ਕਰਤਾਰਪੁਰ ਸਾਹਿਬ ਤੋਂ ਕੁਝ ਬਾਹਰ ਆ ਕੇ ਇੱਕ ਬਿਰਛ ਦੀ ਛਾਇਆ ਹੇਠ ਬਿਰਾਜਮਾਨ ਸਨ। ਮੌਜ ਵਿੱਚ ਆ ਕੇ ਬੈਠ ਰਹੇ ਸੀ। ਇੱਧਰ ਜੋ ਕੱਥੂ ਨੰਗਲ ਦੇ ਨਿਵਾਸੀ ਬਾਬਾ ਬੁੱਢਾ ਸਾਹਿਬ ਜੀ ਹਨ ਅਤੇ ਇਹ ਬੱਕਰੀਆਂ ਆਪਣੀਆਂ ਚਰਾਉਂਦੇ ਪਏ ਸੀ। ਕੁਝ ਆਪਣੀਆਂ ਕੁਝ ਪਰਾਈਆਂ। ਬੱਕਰੀਆਂ ਨੂੰ ਚਰਾਉਂਦੇ ਚਰਾਉਂਦੇ ਜਿੱਥੇ ਸਤਿਗੁਰੂ ਮਹਾਰਾਜ ਸਨ ਇੱਥੇ ਆ ਗਏ।
ਜਦੋਂ ਇੱਥੇ ਆਏ ਹੈ ਤੇ ਭਾਈ ਬਾਲਾ ਜੀ ਨੂੰ ਗੁਰੂ ਨਾਨਕ ਸਾਹਿਬ ਜੀ ਨੇ ਕਿਹਾ ਬਚਨ ਵੀ ਭਾਈ ਬਾਲਾ, ਜੋ ਬੱਚਾ ਬੱਕਰੀਆਂ ਚਰਾ ਰਿਹਾ ਹੈ ਉਸ ਨੂੰ ਤੁਸੀਂ ਸਾਡੇ ਕੋਲ ਬੁਲਾ ਕੇ ਲਿਆਓ। ਸੁਣ ਕੇ ਭਾਈ ਬਾਲਾ ਜੀ ਉਸੇ ਵੇਲੇ ਗਏ। ਉਸ ਬੱਚੇ ਨੇ ਕਿਹਾ ਵੀ ਬੱਚੇ, ਤੈਨੂੰ ਗੁਰੂ ਨਾਨਕ ਸਾਹਿਬ ਮਹਾਰਾਜ ਜੀ, ਗੁਰੂ ਨਾਨਕ ਸਾਹਿਬ ਤਾਪਾ ਜੀ ਬੁਲਾ ਰਹੇ ਹੈ, ਤੂੰ ਆ ਕੇ ਉਹਨਾਂ ਦਾ ਬਚਨ ਸੁਣ, ਉਹਨਾਂ ਕੁਝ ਕਹਿਣਾ ਹੈ, ਫਿਰ ਤੂੰ ਆਪਣੀਆਂ ਬੱਕਰੀਆਂ ਚਰਾਈ ਜਾਈਂ। ਇਹ ਸੁਣ ਕੇ ਆ ਗਏ। ਛੋਟੀ ਉਮਰ ਸੀ, 5-7 ਸਾਲ ਦੀ। ਜਦੋਂ ਆਏ ਨੇੜੇ ਮਹਾਰਾਜ ਜੀ ਤੇ ਦਰਸ਼ਨ ਕਰਕੇ ਧੰਨ ਧੰਨ ਹੋ ਗਏ ਹੈ। ਦਰਸ਼ਨ ਦੇਖਤੀ ਸੁਧ ਕੀ ਨ ਸੁਧ ਰਹੀ, ਬੁੱਧ ਕੀ ਨ ਬੁੱਧ ਰਹੀ, ਮਤ ਮੈਂ ਨਾ ਮਤ ਹੈ। ਇਹ ਦਰਸ਼ਨ ਕਰਕੇ ਨਿਹਾਲੋ ਨਿਹਾਲ ਹੋ ਗਏ। ਗੁਰੂ ਸਾਹਿਬ ਜੀ ਨੂੰ ਮੱਥਾ ਟੇਕਿਆ। ਮਹਾਰਾਜ ਜੀ ਕਹਿਣ ਲੱਗੇ ਵੀ ਬਾਲਕ ਬੱਚੇ, ਵੀ ਤੇਰਾ ਨਗਰ ਕਿਹੜਾ ਹੈ, ਕਿੱਥੋਂ, ਕਿਸ ਨਗਰ ਤੋਂ ਹੈ, ਕਿਤੇ ਫਿਰ ਤੇਰਾ ਵੀ ਘਰ ਕਿਹੜੇ ਨਗਰ ਵਿੱਚ ਹੈ, ਤੇਰਾ ਨਾਮ ਕੀ ਹੈ, ਕਿਸ ਦਾ ਤੂੰ ਪੁੱਤਰ ਹੈ, ਸਾਨੂੰ ਦੱਸ ਦੇ। ਤੇ ਮਹਾਰਾਜ ਜੀ ਤੋਂ ਸੁਣ ਕੇ ਇੱਕ ਬੋਲਣ ਲੱਗੇ, ਕਹਿੰਦੇ ਮਹਾਰਾਜ ਜੀ, ਮੇਰਾ ਨਾਮ ਮਾਪਿਆਂ ਨੇ ਬੂੜਾ ਕਰਕੇ ਰੱਖਿਆ ਹੋਇਆ ਹੈ। ਜੱਟ ਜ਼ਿਮੀਂਦਾਰ ਗੋ ਜਾਤ ਹੈ, ਜ਼ਿਮੀਂਦਾਰਾਂ ਵਿੱਚੋਂ ਹਾਂ ਮੈਂ। ਰੰਧਾਵਿਆਂ ਵਿੱਚੋਂ ਸਨ। ਬਾਬਾ ਬੁੱਢਾ ਸਾਹਿਬ ਜੀ ਐਵੇਂ ਆਪਣਾ ਥੋੜ੍ਹਾ ਪਰਚਾ ਦਿੱਤਾ ਹੈ ਕਿ ਗੁਰੂ ਮਹਾਰਾਜ ਐਵੇਂ ਕੱਥੂ ਨੰਗਲ ਇੱਥੇ ਨੇੜੇ ਹੀ ਹੈ, ਉੱਥੋਂ ਮੈਂ ਆਇਆ ਹਾਂ। ਕਵੀ ਸਾਹਿਬ ਜੀ ਨੇ ਵੀ ਇੱਥੇ ਕੋਈ ਸ੍ਰੀ ਕਰਤਾਰਪੁਰ ਸਾਹਿਬ ਤੋਂ ਬਾਰ-ਬਾਰ ਮਹਾਰਾਜ ਜੀ ਦਾ ਜਾਣਾ ਲਿਖਿਆ ਹੈ। ਭਾਵ ਕਿ ਕੁਝ ਕਰਤਾਰਪੁਰ ਸਾਹਿਬ ਤੋਂ ਮਹਾਰਾਜ ਲਾਂਭੇ ਗਏ ਸਨ ਉੱਥੋਂ, ਕਿਉਂਕਿ ਕਰਤਾਰਪੁਰ ਸਾਹਿਬ ਤੋਂ ਕੱਥੂ ਨੰਗਲ ਕਾਫੀ ਹੁਣ ਪੈ ਜਾਂਦਾ ਹੈ, ਜਿਸ ਕਰਕੇ ਕੁਝ ਇੱਧਰੋਂ ਬਾਬਾ ਬੁੱਢਾ ਸਾਹਿਬ ਜੀ ਆ ਗਏ ਨੇੜੇ, ਇੱਧਰੋਂ ਮਹਾਰਾਜ ਕੁਝ ਅੱਧ ਵਿਚਾਲੇ ਜੀ ਸਮਝ ਲਓ ਮੇਲ ਮਿਲਾਪ ਹੋਏ। ਅਤੇ ਫਿਰ ਮਹਾਰਾਜ ਦੇ ਨੇੜੇ ਹੀ ਨਗਰ ਮੇਰਾ ਕੱਥੂ ਨੰਗਲ ਹੈ, ਅਤੇ ਮੇਰਾ ਨਾਮ ਬੂੜਾ ਮਾਪਿਆਂ ਨੇ ਰੱਖਿਆ ਹੈ। ਗੁਰੂ ਸਾਹਿਬ ਜੀ ਕੁਝ ਪੁੱਛ ਕੇ ਅਤੇ ਕਹਿੰਦੇ ਵੀ ਠੀਕ ਹੈ, ਜਾ ਵੀ ਹੁਣ ਤੂੰ ਆਪਣੇ ਬੱਕਰੀਆਂ ਨੂੰ ਚਾਰ। ਇਹ ਸੁਣ ਕੇ ਫਿਰ ਬਾਬਾ ਬੁੱਢਾ ਸਾਹਿਬ ਜੀ ਜੋ ਬੱਚੇ ਰੂਪ ਵਿੱਚ ਸਨ ਬੋਲੇ ਵੀ ਮਹਾਰਾਜ, ਪਹਿਲਾਂ ਆਪ ਜੀ ਨੇ ਕੋਲ ਬੁਲਾ ਲਿਆ ਹੈ ਅਤੇ ਹੁਣ ਤੁਸੀਂ ਇਹ ਕਹਿ ਦਿੱਤਾ ਵੀ ਚਲਿਆ ਜਾ, ਕੋਈ ਕੰਮ ਦੱਸਿਆ ਨਹੀਂ ਵੀ ਜਿਸ ਕੰਮ ਵਾਸਤੇ ਬੁਲਾਇਆ ਉਹ ਕੰਮ ਤਾਂ ਤੁਸੀਂ ਕੋਈ ਕਿਹਾ ਹੀ ਨਹੀਂ ਹੈ, ਫਿਰ ਕਾਹਨੂੰ ਬੁਲਾਉਣਾ ਸੀ। ਮਹਾਰਾਜ ਕਹਿੰਦੇ ਵੀ ਕੋਈ ਗਲਤੀ ਦੋਸ਼ ਗੁਨਾਹ ਤਾਂ ਨਹੀਂ ਇਹਦੇ ਵਿੱਚ ਬੁਲਾਉਣ 'ਚ, ਸਗੋਂ ਕੋਲ ਬੁਲਾਇਆ, ਕਿਸ ਨੂੰ ਮਿਲਿਆ, ਬੋਲਿਆ। ਸਿਆਣੇ ਕਹਿੰਦੇ ਵੀ ਆਪਣਾ ਪਰਾਇਆ ਜਾਣਿਆ ਜਾਂਦਾ ਹੈ। ਉਹ ਬੋਲਣ ਚਾਲਣ ਤੋਂ ਪਤਾ ਲੱਗ ਜਾਂਦਾ ਵੀ ਕਿੰਨੀ ਕੁ ਅਕਲ ਬੁੱਧ ਹੈ, ਇਹ ਜਾਣੀ ਪੈਂਦੀ ਹੈ। ਇਸ ਕਰਕੇ ਕੋਈ ਗੁਨਾਹ ਨਹੀਂ ਹੋ ਗਿਆ, ਬੁਲਾ ਲਿਆ। ਅਤੇ ਕਹਿਣ ਲੱਗੇ ਨਹੀਂ ਮਹਾਰਾਜ, ਫਿਰ ਵੀ ਚਲੋ ਤੁਹਾਨੂੰ ਤੁਸੀਂ ਕੋਈ ਕੰਮ ਦੱਸ ਦੇ ਜੇ ਬੁਲਾਇਆ ਸੀ। ਇਹ ਕੁਝ ਸੁਣ ਕੇ ਅਤੇ ਮੱਥਾ ਟੇਕ ਕੇ ਚਲੇ ਗਏ। ਫਿਰ ਇਹਦੇ 'ਚ ਬੜਾ ਅੰਦਰ ਅੰਦਰ ਪ੍ਰੇਮ ਹੋ ਗਿਆ ਵੀ ਮਨਾ ਸੰਸਾਰ ਦੇ ਜਿਹੜੇ ਬਖੇੜੇ ਆ ਜੰਜਾਲ ਤੂੰ ਛੱਡ ਅਤੇ ਆਪਣੀ ਜਿਹੜੀ ਉਮਰ ਹੈ ਇਹਨਾਂ ਦੇ ਲੇਖੇ ਲਾ ਦੇਣੀ ਹੈ। ਉਹ ਪ੍ਰੇਮ ਦਰਸ਼ਨ ਕਰਕੇ ਐਸਾ ਕੁਝ ਹੋ ਗਿਆ ਹੈ। ਗੁਰੂ ਸਾਹਿਬ ਜੀ ਦੀ ਕਿਰਪਾ ਦ੍ਰਿਸ਼ਟੀ ਪੂਰੀ ਸੀ ਅਤੇ ਉਹ ਫਿਰ ਇਵੇਂ ਦਰਸ਼ਨ ਕਰਕੇ ਚਲੋ ਦਿਹਾੜੀ 'ਤੇ ਬਿਤਾਈ, ਬੱਕਰੀਆਂ ਚਰਾਈਆਂ, ਸ਼ਾਮ ਨੂੰ ਆਪਣੇ ਨਗਰ ਚਲੇ ਗਏ। ਰਾਤ ਬੜੀ ਬੇਚੈਨੀ ਨਾਲ ਹੀ ਕੱਟੀ ਹੈ ਵੀ ਦਿਨ ਚੜ੍ਹੇ ਅਤੇ ਗੁਰੂ ਨਾਨਕ ਸਾਹਿਬ ਜੀ ਦੇ ਮੈਂ ਜਾ ਕੇ ਦਰਸ਼ਨ ਕਰਾਂ, ਮਿਲ ਲਵਾਂ। ਜਦੋਂ ਚਲੇ ਗਏ ਮਗਰੋਂ ਭਾਈ ਬਾਲਾ ਜੀ ਨੇ ਪੁੱਛਿਆ, ਮਹਾਰਾਜ ਜੀ ਇਹ ਬੱਚਾ ਕੌਣ ਸੀ ਜਿਸ ਨਾਲ ਤੁਸਾਂ ਨੇ ਬਚਨ ਵਿਲਾਸ ਕੀਤੇ, ਕੁਝ ਕਿਹਾ ਵੀ ਨਹੀਂ ਅਤੇ ਚਲਿਆ ਗਿਆ। ਗੁਰੂ ਮਹਾਰਾਜ ਕਹਿੰਦੇ ਭਾਈ ਬਾਲਾ ਇਹ ਬਹੁਤ ਅਕਲ ਬੁੱਧ ਵਾਲਾ ਸਿਆਣਾ ਹੈ ਬੱਚਾ, ਇਹ ਤਾਂ ਕੁਝ ਦਿਨਾਂ ਵਿੱਚ ਹੀ ਪੂਰਨ ਸੰਤ ਬ੍ਰਹਮ ਗਿਆਨੀ ਹੁਣ ਹੋ ਜਾਏਗਾ। ਮਹਾਰਾਜ ਕਿੰਨੇ ਕੁ ਦਿਨਾਂ 'ਚ ਹੋਵੇਗਾ ਮੈਨੂੰ ਵੀ ਦੱਸ ਦਿਓ। ਗੁਰੂ ਮਹਾਰਾਜ ਕਹਿੰਦੇ ਬਸ ਇੰਨੀ ਦੇਰ ਸੀ ਵੀ ਸਾਡੇ ਨਾਲ ਮਿਲਣਾ ਸੀ,
ਸਾਡਾ ਦਰਸ਼ਨ ਕਰਨਾ ਸੀ ਅਤੇ ਕੋਈ ਬਚਨ ਬੁਲਾਸ ਇੱਕ ਅੱਧਾ ਹੀ ਕਰਨਾ ਸੀ, ਜਿਵੇਂ ਹੁਣ ਕਰਕੇ ਗਏ। ਤੁਸੀਂ ਕੱਲ੍ਹ ਹੀ ਵੇਖਿਓ ਉਹਨਾਂ ਦਾ ਠਾਠ ਬਾਠ ਕਿਵੇਂ ਤੁਹਾਨੂੰ ਨਜ਼ਰੀ ਆਉਂਦੇ। ਇਹ ਤਾਂ ਬੜੇ ਮਹਾਨ ਹੋਣਗੇ, ਆਪਣੇ ਬਚਨਾਂ ਨਾਲ ਅਨੇਕਾਂ ਨੂੰ ਤਾਰਨਗੇ, ਸਿੱਖੀ ਦਾ ਮੱਧ ਧੁਰਾ ਹੀ ਹੋਣਗੇ, ਮਹਾਨ ਸਿੱਖੀ ਦਾ ਘਰ ਹੋਣਗੇ। ਇਹ ਗੁਰੂ ਜੀ ਨੇ ਕਿਰਪਾ ਦੇ ਬਚਨ ਕਹੇ। ਉਹੀ ਗੱਲ ਵਰਤ ਗਈ, ਰਾਤ ਬਤੀਤ ਕੀਤੀ ਹੈ ਭਾਈ ਬੂੜਾ ਜੀ ਨੇ। ਜਦੋਂ ਰਾਤ ਬਤੀਤ ਕੀਤੀ, ਤੜਕਾ ਹੀ ਚੜ੍ਹਿਆ ਹੈ, ਬਸ ਕੁਝ ਨਹੀਂ ਛਕਿਆ ਛਕਾਇਆ। ਜਿਹੜੀ ਕਿਤੇ ਘਰ ਵਿੱਚ ਮੱਖਣ ਦੀ ਮਟਕੀ ਪਈ ਹੋਈ ਸੀ, ਮੱਗੀ ਭਾਂਡਾ, ਉਹ ਚੁੱਕਿਆ ਅਤੇ ਬਿਨਾਂ ਮਾਤਾ ਪਿਤਾ ਤੋਂ ਦੱਸੇ ਇੱਥੇ ਆ ਗਏ ਸ੍ਰੀ ਕਰਤਾਰਪੁਰ ਸਾਹਿਬ ਚੱਲਦੇ ਚੱਲਦੇ ਛੇਤੀ ਨਾਲ। ਇਹ ਵੀ ਗੁਰੂ ਦੀ ਰੱਬੀ ਤਾਕਤੀ ਸੀ ਵੀ ਇੰਨੀ ਦੂਰ ਜਾਣਾ। ਅਤੇ ਪਹਿਲਾਂ ਸਮਿਆਂ ਵਿੱਚ ਤਾਂ ਬਹੁਤ ਰਸਤੇ ਵੈਸੇ ਹੀ ਤੈਅ ਕੀਤੇ ਜਾਂਦੇ ਸਨ। ਪਹਿਲਾਂ ਸਾਧਨ ਕਿੱਥੇ ਸੀ। ਚਲੇ ਗਏ, ਜਾ ਦਰਸ਼ਨ ਕੀਤੇ, ਮਹਾਰਾਜ ਜੀ ਮੁਸਕਰਾਏ, ਬਚਨ ਕਿਹਾ, ਬੱਚੇ ਵੀ ਆ ਕਿੱਥੋਂ ਲਿਆ ਆਂਦਾ ਤੁਸਾਂ ਨੇ ਮੱਖਣ ਦਾ ਭਾਂਡਾ। ਕਹਿੰਦੇ ਮਹਾਰਾਜ ਮੈਂ ਆਪਣੇ ਘਰੋਂ ਲਿਆਂਦਾ ਤੁਹਾਡੇ ਵਾਸਤੇ ਛਕਣ ਛਕਾਉਣ ਲਈ, ਅਤੇ ਆਪਣੇ ਘਰੋਂ ਲਿਆਂਦਾ ਹੈ, ਮਾਤਾ ਪਿਤਾ ਨੂੰ ਦੱਸ ਕੇ ਵੀ ਨਹੀਂ ਆਇਆ, ਕਿਉਂਕਿ ਮੈਨੂੰ ਚਾਅ ਹੀ ਇੰਨਾ ਸੀ ਵੀ ਦਿਨ ਚੜ੍ਹੇ ਮੈਂ ਆਪ ਜੀ ਦਾ ਦਰਸ਼ਨ ਕਰਾਂ ਜਾਂਦੇ। ਗੁਰੂ ਸਾਹਿਬ ਜੀ ਮੈਂ ਘਰੋਂ ਹੀ ਲੈ ਕੇ ਆਇਆ। ਮਹਾਰਾਜ ਕਹਿਣ ਲੱਗੇ ਵੀ ਦੇਖ ਬੁੜੇ ਵੀ ਤੂੰ ਕਿਹਨੂੰ ਆਪਣਾ ਘਰ ਮੰਨਦਾ ਹੈ। ਆ ਨਿਸ਼ਚੇ ਕਰਕੇ ਕਿ ਆ ਜਿੱਥੇ ਰਹਿ ਰਹੇ ਇਹਨੂੰ ਘਰ ਮੰਨਿਆ। ਕਹਿੰਦੇ ਮਹਾਰਾਜ ਮੈਂ ਤਾਂ ਇਹੀ ਘਰ ਸਮਝਦਾ ਵੀ ਜਿੱਥੇ ਮੇਰੇ ਮਾਤਾ ਪਿਤਾ ਰਹਿੰਦੇ ਜਿਸ ਕੁੱਲੀ ਵਿੱਚ, ਅਤੇ ਉਹੀ ਉਹ ਆਪਣਾ ਘਰ ਹੈ। ਜੋ ਮਾਂ ਪਿਓ ਦੀਆਂ ਚੀਜ਼ਾਂ ਵਸਤਾਂ ਹਨ ਉਹ ਸਭ ਮੇਰੀਆਂ ਹੀ ਹੈ, ਇਸ ਕਰਕੇ ਮੈਂ ਮੱਖਣ ਲਿਆਂਦਾ ਹੈ। ਗੁਰੂ ਮਹਾਰਾਜ ਕਹਿੰਦੇ ਵੀ ਇਹ ਦੇਸਣ ਛਕਣਾ ਨਹੀਂ ਹੈ, ਕਿਉਂਕਿ ਤੁਸਾਂ ਨੇ ਵੀ ਲਿਆਂਦਾ ਚੁਰਾ ਕੇ, ਮਾਤਾ ਪਿਤਾ ਨੂੰ ਪਤਾ ਲੱਗੂ ਫਿਰ ਉਹ ਕੁੱਟਣਗੇ ਮਾਰਨਗੇ, ਇਸ ਕਰਕੇ ਵੀ ਅਸੀਂ ਇਹ ਛਕਣਾ ਨਹੀਂ ਹੈ। ਬਾਕੀ ਤੁਹਾਡੇ ਵੱਲੋਂ ਪ੍ਰੇਮ ਕਰਕੇ ਲਿਆਂਦਾ ਸਾਨੂੰ ਪਹੁੰਚ ਗਿਆ। ਸੁਣ ਕੇ ਫਿਰ ਜਿਹੜਾ ਬਾਬਾ ਬੁੱਢਾ ਸਾਹਿਬ ਜੀ ਤੇ ਰੋਣ ਹੀ ਲੱਗ ਪਏ। ਮਹਾਰਾਜ ਕਹਿੰਦੇ ਵੀ ਕੀ ਹੋਇਆ, ਅਸਾਂ ਨੇ ਕੋਈ ਮਾੜੀ ਗੱਲ ਤਾਂ ਨਹੀਂ ਕਹੀ। ਕਹਿੰਦੇ ਮਹਾਰਾਜ ਵੀ ਤੁਸੀਂ ਕਹਿੰਦੇ ਵੀ ਮਾਂ ਪਿਓ ਮਾਰਨਗੇ, ਚਲੋ ਤੇ ਮੇਰਾ ਆਪਣਾ ਘਰ ਹੈ ਅਤੇ ਮਾਂ ਪਿਓ ਨੇ ਕੀ ਮਾਰਨਾ, ਉਹਨਾਂ 'ਤੇ ਕੁਝ ਕਹਿਣਾ ਨਹੀਂ ਹੈ। ਚਲੋ ਜੇ ਪਤਾ ਨਹੀਂ ਵੀ ਕਦੇ ਮਾਰਨਗੇ ਕਿ ਨਹੀਂ ਮਾਰਨਗੇ, ਪਰ ਜੋ ਤੁਸਾਂ ਨੇ ਮਾਰਤੀ ਹੈ ਅਤੇ ਮਾਂ ਪਿਓ ਦੀ ਮਾਰ ਨਾਲੋਂ ਵੱਡੀ ਮਾਰ ਹੈ। ਗੁਰੂ ਮਹਾਰਾਜ ਕਹਿੰਦੇ ਵੀ ਅਸੀਂ ਕੀ ਕਿਹਾ ਹੈ, ਕੀ ਅਸੀਂ ਮਾਰ ਕੁੱਟ ਕੀਤੀ ਹੈ ਜਿਸ ਕਰਕੇ ਤੁਸੀਂ ਇੰਨਾ ਰੋ ਰਹੇ ਹੋ, ਵਿਰਲਾਪ ਕਰ ਰਹੇ ਹੋ। ਕਹਿੰਦੇ ਮਹਾਰਾਜ ਵੀ ਮਾਰਨਾ ਹੀ ਹੈ ਨਾ। ਪਹਿਲਾਂ ਦੀਵਾ ਜਗਾ ਦਿੱਤਾ ਇਹਦੇ ਵਿੱਚ ਗਿਆਨ ਦਾ, ਹੁਣ ਮਨ੍ਹਾ ਕਰਕੇ ਤੁਸੀਂ ਬੁਝਾ ਰਹੇ ਹੋ। ਤੁਹਾਨੂੰ ਤਾਂ ਇਹ ਚਾਹੀਦਾ ਸੀ ਵੀ ਗਿਆਨ ਦਾ ਜਿਹੜਾ ਦੀਵਾ ਇਹਦੇ 'ਚ ਜਗਾਇਆ, ਉਹਦੇ ਵਿੱਚ ਸਨੇਹ ਪ੍ਰੇਮ ਦਾ ਤੇਲ ਪਾ ਕੇ ਜਿਹੜੀ ਅੰਤਰਮੁਖ ਬਿਰਤੀ ਹੈ ਉਹ ਅੰਤਰਮੁਖ ਬਿਰਤੀ ਰੁਵੱਟੀ ਨੂੰ ਤਾਂ ਚੁੱਕਣਾ ਚਾਹੀਦਾ ਸੀ, ਮਹਾਨ ਕਰਨਾ ਚਾਹੀਦਾ ਸੀ। ਸਗੋਂ ਨਾਮ ਦੇ ਵਿੱਚ ਲਾਉਂਦੇ, ਨਾਮ ਰੂਪੀ ਦੀਵਾ ਜਗਾ ਕੇ ਗਿਆਨ ਦਾ ਤੁਸੀਂ ਪ੍ਰਕਾਸ਼ ਕਰਦੇ। ਤੁਸੀਂ ਤਾਂ ਮਨ੍ਹਾ ਕਰ ਰਹੇ ਅਤੇ ਮਿਟਾ ਰਹੇ ਹੋ। ਮੇਰਾ ਤਾਂ ਸਗੋਂ ਜੰਮਣ ਮਰਨ ਦਾ ਰੋਗ ਮਿਟਾਉਂਦੇ, ਦੁੱਖ ਮਿਟਾਉਂਦੇ, ਅਗਿਆਨ ਦਾ ਹਨੇਰਾ ਟਾਲ ਦਿੰਦੇ, ਗਿਆਨ ਦਾ ਪ੍ਰਕਾਸ਼ ਕਰ ਦਿੰਦੇ। ਗੁਰੂ ਮਹਾਰਾਜ ਉਸ ਵੇਲੇ ਸੁਣ ਕੇ ਕਹਿੰਦੇ ਵੀ ਹੈ ਤੇ ਤੁਸੀਂ ਬੱਚੇ ਹੀ ਹੋ, ਭਾਵੇਂ ਜਿਵੇਂ ਕੋਈ ਵੱਡੇ ਬਜ਼ੁਰਗ ਗੱਲਾਂ ਬਾਤਾਂ ਕਰਦੇ ਆ ਗਿਆਨ ਦੀਆਂ ਸਿਆਣੀਆਂ, ਇਵੇਂ ਤੁਹਾਡੇ ਬਚਨ ਹੈ। ਮੁੱਖੋਂ ਬਚਨ ਤੁਸੀਂ ਸਿਆਣਿਆਂ ਵਾਲੇ ਕਹਿੰਦੇ ਹੋ, ਤਾਂ ਹੀ ਮਾਂ ਪਿਓ ਨੇ ਬੂੜਾ ਨਾਮ ਰੱਖਿਆ। ਉਹ ਗੁਰੂ ਸਾਹਿਬ ਜੀ ਨੇ ਜਿਹੜੇ ਬਚਨ ਕਰ ਦਿੱਤੇ, ਇਸੇ ਕਰਕੇ ਉਹ ਹੋਰ ਐਸਾ ਹੀ ਸੁਭਾਅ ਹੋ ਗਿਆ, ਅੰਦਰਲਾ ਖਿਆਲ ਸਾਰਾ ਸਿਆਣਿਆਂ ਵਾਲਾ ਹੀ ਹੋ ਗਿਆ, ਜਿਵੇਂ ਬੜਾ ਕੋਈ ਸਿਆਣਾ ਹੁੰਦਾ। ਅਤੇ ਗੁਰੂ ਮਹਾਰਾਜ ਨੇ ਫਿਰ ਭਾਈ ਬੁੱਢਾ ਸਾਹਿਬ ਜੀ ਦੀ ਪਦਵੀ ਬਖਸ਼ੀ ਸੀ। ਛੇਵੇਂ ਪਾਤਸ਼ਾਹ ਨੇ, ਕਈ ਕਹਿੰਦੇ ਵੀ ਛੇਵੇਂ ਪਾਤਸ਼ਾਹ ਨੇ ਬਖਸ਼ੀ ਹੈ ਭਾਈ ਬੁੱਢਾ ਦੀ ਪਦਵੀ। ਕਈ ਥਾਵਾਂ 'ਤੇ ਮਹਾਨ ਕੋਸ਼ ਆਦਿਕ ਵਗੈਰਾ ਇੱਥੇ ਲਿਖਿਆ ਹੈ ਵੀ ਜਿਵੇਂ ਭਾਈ ਮਰਦਾਨਾ, ਭਾਈ ਬਾਲਾ, ਇਸੇ ਤਰ੍ਹਾਂ ਭਾਈ ਬੁੱਢਾ ਇਹ ਪਦਵੀ ਮਹਾਰਾਜ ਜੀ ਨੇ ਬਖਸ਼ੀ ਸੀ। ਸੋ ਰਹੋ ਵਿਚਾਰ ਗੁਰੂ ਘਰ ਵੱਲੋਂ ਇਹ ਭਾਈ ਦੀ ਪਦਵੀ ਮਿਲੀ ਹੈ ਅਤੇ ਬੁੱਢਾ ਸਾਹਿਬ ਨਾਮ ਉਸ ਸਮੇਂ ਤੋਂ ਹੋ ਗਿਆ। ਫਿਰ ਕੁਝ ਸਮਾਂ ਪਾ ਕੇ ਜਦੋਂ ਇਹ ਦਿਨ ਸਾਰਾ ਲੰਘਿਆ,
ਬ੍ਰਹਮ ਗਿਆਨ ਬਖਸ਼ ਦਿੱਤਾ ਕਿਰਪਾ ਕਰਕੇ ਹੀ। ਫਿਰ ਸਾਰੀ ਕਿਰਿਆ ਦੱਸੀ ਵੀ ਅੰਮ੍ਰਿਤ ਵੇਲੇ ਇਸ਼ਨਾਨ ਕਰਨਾ, ਇਸ਼ਨਾਨ ਕਰਕੇ ਨਾਮ ਅਭਿਆਸ ਕਰਨਾ। ਭਾਵੇਂ ਕਿ ਤੁਸੀਂ ਬ੍ਰਹਮ ਗਿਆਨੀ ਹੋ ਗਏ ਹੋ, ਪਰ ਤੁਹਾਡੇ ਵੱਲ ਵੇਖ ਕੇ ਦੂਜੇ ਵੀ ਸਿੱਖ ਸੇਵਕਾਂ ਦੀ ਰੁਚੀ ਜਾਗੇਗੀ, ਕਿਉਂਕਿ ਤੁਹਾਡੇ ਪਾਸ ਬੇਅੰਤੀ ਬੇਅੰਤ ਜਿਹੜੇ ਹੈ ਗਿਆਨ ਪਾਉਣ ਵਾਸਤੇ ਸਿੱਖ ਆਉਣਗੇ, ਮਿਲਣਗੇ ਤੁਹਾਨੂੰ। ਇਹ ਉਪਦੇਸ਼ ਬਖਸ਼ਿਆ, ਮਹਾਰਾਜ ਨੂੰ ਮੱਥਾ ਟੇਕਿਆ, ਤ੍ਰੈਕਾਲ ਦਰਸ਼ੀ ਹੋ ਗਏ। ਉਸੇ ਵੇਲੇ ਵਰਤਮਾਨ ਭੂਤ ਭਵਿੱਖ ਦੀ ਗਿਆਤ ਹੋ ਗਈ ਵੀ ਕਿੱਥੇ ਕੀ ਹੋ ਰਿਹਾ। ਫਿਰ ਜਦੋਂ ਬਾਬਾ ਬੁੱਢਾ ਸਾਹਿਬ ਜੀ ਦੇ ਨਾਲੇ ਬਚਨ ਬਿਲਾਸ ਹੋਏ, ਚੌਂਕੜਾ ਮਾਰ ਕੇ ਉੱਥੇ ਬੈਠੇ ਰਹੇ, ਬ੍ਰਹਮ ਗਿਆਨੀ ਬਣ ਕੇ ਘਰ ਨਹੀਂ ਵਾਪਸ ਗਏ। ਇੱਧਰ ਮਾਤਾ ਪਿਤਾ ਜੀ ਲੱਭਦੇ ਫਿਰ ਰਹੇ ਵੀ ਸਵੇਰ ਦਾ ਗਿਆ ਹੈ, ਬੂੜਾ ਵਾਪਸ ਨਹੀਂ ਆਇਆ। ਕਿਸੇ ਨੇ ਦੱਸਿਆ ਵੀ ਉਹ ਤੇ ਐਵੇਂ ਇੱਧਰ ਜਾਂਦੇ ਵੇਖੇ ਕਰਤਾਰਪੁਰ ਸਾਹਿਬ ਵੱਲ। ਮਾਤਾ ਪਿਤਾ ਵੀ ਨਾਲ ਮਗਰੇ ਹੀ ਆ ਗਏ ਕਿਤੇ। ਜਦੋਂ ਉੱਥੇ ਆਏ ਅਤੇ ਉਹਨਾਂ ਨੇ ਗੁਰੂ ਕੇ ਬਚਨਾਂ ਕਰਕੇ ਵੀ ਤੂੰ ਕਿ ਸਿਆਣਿਆਂ ਵਾਲੇ ਬਚਨ ਕਰਦਾ ਬੁੱਢਾ ਹੀ ਹੈ। ਉਹ ਬਾਬਾ ਬੁੱਢਾ ਸਾਹਿਬ ਜੀ ਤੇ ਇਵੇਂ ਪ੍ਰਤੀਤ ਹੋਏ ਜਦੋਂ ਮਾਂ ਪਿਓ ਗਏ ਵੀ ਜਿਵੇਂ ਕੋਈ ਬੁੱਢਾ ਬਜ਼ੁਰਗ ਬੜਾ ਬੈਠਾ ਹੁੰਦਾ, ਸਰੀਰ ਐਵੇਂ ਦਾ ਨਜ਼ਰ ਹੀ ਆਇਆ ਮਾਂ ਪਿਓ ਨੂੰ। ਸੱਚਮੁੱਚ ਹੀ ਉਹ ਪ੍ਰਤੀਤ ਨੇਤਰਾਂ ਵਿੱਚ ਕਰਾ ਦਿੱਤਾ, ਗੁਰੂ ਦੀ ਮਾਇਆ ਹੀ ਹੈ। ਵੇਖ ਕੇ ਲੱਗਾ ਵੀ ਇਹ ਤਾਂ ਬਜ਼ੁਰਗ ਹੈ, ਇਹ ਤਾਂ ਸਾਡੇ ਕਿਸੇ ਕੰਮ ਨਹੀਂ ਰਿਹਾ, ਹੁਣ ਇਹਦਾ ਕੀ ਕਰਾਂਗੇ। ਮਾਂ ਪਿਓ ਵਿਛੜ ਗਏ, ਵਿਛੜੇ ਭਾਵ ਚਲੇ ਗਏ ਵਾਪਸ ਵੀ ਹੁਣ ਕੀ ਕਰਨਾ ਇਹਨੂੰ, ਕਿਉਂਕਿ ਬਜ਼ੁਰਗਾਂ ਨੂੰ ਤਾਂ ਇਸੇ ਤਰ੍ਹਾਂ ਹੀ ਜਿਹੜਾ ਹੈ ਉਹ ਪਰਿਵਾਰ ਪਰੂਰ ਵਾਲੇ ਛੱਡ ਜਾਂਦੇ ਹੁੰਦੇ ਹੈ। ਇਹ ਭਾਵੇਂ ਬਜ਼ੁਰਗ ਕਹੀ ਜਾਵੇ ਕਿ ਮੇਰੇ ਇਹ ਮੇਰੇ ਆਪਣੇ ਹੀ ਹੈ, ਪਰ ਜਿਹਨਾਂ ਨੂੰ ਮੇਰੇ ਕਰਦਾ ਰਹਿੰਦਾ ਅਖੀਰ ਉਹ ਫਿਰ ਉੱਥੇ ਛੱਡ ਕੇ ਆਉਂਦੇ ਜਿੱਥੋਂ ਕੋਈ ਲਿਆ ਨਹੀਂ ਸਕਦਾ। ਹੁਣ ਜਿਹੜੇ ਕੋਈ ਮੇਰੇ ਕਰਨ ਵਾਲੇ ਉਹਨਾਂ ਵਾਸਤੇ ਆ ਬਿਰਧ ਆਸ਼ਰਮ ਕਿੰਨੇ ਅੱਖੋਂ ਬਣੇ ਪਏ ਆ। ਪਹਿਲਾਂ ਤਾਂ ਚਲੋ ਘੱਟ ਹਾਲ ਸੀ, ਅਜੋਕੇ ਸਮੇਂ 'ਚ ਤੁਸੀਂ ਵੇਖ ਲਓ ਵੀ ਜਿੰਨੇ ਲੋਕ ਪੜ੍ਹੇ ਲਿਖੇ ਹੋ ਗਏ ਉਨੇ ਹੀ ਆਸ਼ਰਮ ਜ਼ਿਆਦਾ ਬਣ ਗਏ ਆ। ਇਹ ਪੜ੍ਹੇ ਲਿਖਿਆਂ ਦੀ ਹਾਲਤ ਹੈ ਸਾਡੀ। ਗੁਰਬਾਣੀ ਦਾ ਜਿਹੜਾ ਬਚਨ ਬਿਲਕੁਲ ਗੁਰੂ ਜੀ ਦਾ 20 ਵਿਸਵ ਸੱਚੀ ਹੈ ਵੀ ਪੜ੍ਹਿਆ ਮੂਰਖ ਆਖੀ ਹੈ ਜਿਸ ਲੱਭ ਲੋਭ ਅਹੰਕਾਰਾ। ਇਹ ਪੜ੍ਹਿਆ ਮੂਰਖ ਹੀ ਆਖਿਆ ਜਾਂਦਾ ਜਿਹੜਾ ਜਿਹਨੂੰ ਲੱਭ ਹੈ, ਲੱਭ ਲੋਭ ਲਾਲਚ ਹੈ, ਜਿਹਨੂੰ ਖਾਣ ਦਾ ਲੋਭ ਹੈ, ਜਿਹਨੂੰ ਜੋੜਨ ਦਾ ਵੀ ਪੈਸਾ ਜੋੜ ਲਵਾਂ। ਹੰਕਾਰ ਜੜਿਆ ਹੋਇਆ ਬਹੁਤਾ ਪੜ੍ਹਾਈ ਦਾ, ਤੋ ਹੰਕਾਰ ਹੀ ਹੈ। ਹੰਕਾਰ ਕਰਕੇ ਵੀ ਇਹਦੀ ਸੇਵਾ ਕੀ ਕਰਨੀ ਬਜ਼ੁਰਗ ਦੀ। ਅਤੇ ਲੱਭ ਲੋਭ ਲਾਲਚੀ ਇਹ ਵੀ ਜਿਹੜਾ ਵੀ ਸਭ ਕੁਝ ਹੁਣ ਲੈ ਲਿਆ ਬੁੱਢੇ ਕੋਲ, ਅਤੇ ਹੁਣ ਇਹਦੀ ਸੇਵਾ ਕਰੀ ਖਰਚਾ ਹੀ ਵਾਧੂ ਦਾ ਏ। ਜਿਸ ਕਰਕੇ ਲੋਕ ਤਾਂ ਪੜ੍ਹੇ ਲਿਖੇ ਜਿਹੜੇ ਆ ਨਾ ਉਹ ਜੀਂਦੇ ਹੀ ਸਿਗਨੇਚਰ ਆਦਿ ਕਰੂ ਲੈਂਦੇ ਕਾਗਜ਼ਾਂ ਦੇ, ਅਤੇ ਫਿਰ ਧੱਕ ਦਿੰਦੇ ਉੱਥੇ ਬਿਰਧ ਆਸ਼ਰਮ 'ਚ ਬੈਠਾ ਰਿਹਾ। ਹੁਣ ਉਹ ਮੇਰੇ ਜਿਹੜੇ ਕਰਨ ਵਾਲੇ ਵਿਚਾਰੇ ਉੱਥੇ ਰੋਂਦੇ ਰਹਿੰਦੇ ਆ। ਇਸ ਕਰਕੇ ਸਾਧ ਸੰਗਤ ਜਿਹੜੇ ਅਜੋਕੇ ਸਮੇਂ 'ਚ ਪੜ੍ਹਾਈਆਂ ਵਾਲੇ ਬਹੁਤੇ, ਇਹਨਾਂ ਤੋਂ ਬਚ ਕੇ ਰਹਿਣਾ ਚਾਹੀਦਾ। ਆਪਣੇ ਹੱਥ ਵਢਾ ਕੇ ਫਿਰ ਰੋਣਾ ਪਛਤਾਉਣਾ ਕੀ ਕਰਨਾ। ਇਵੇਂ ਹੀ ਸੋ ਵਿਚਾਰ ਕੇ ਬਾਬਾ ਬੁੱਢਾ ਸਾਹਿਬ ਜੀ ਫਿਰ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਹੀ ਉੱਥੇ ਰਹੇ ਆ। ਬੜੀ ਜਿਹੜੀ ਸੇਵਾ ਕੀਤੀ ਗੁਰੂ ਘਰ ਕੇ ਗ੍ਰੰਥੀ ਸਾਹਿਬਾਨ ਵੀ ਬਣੇ ਆ, ਪਹਿਲੇ ਮੁੱਖ ਗ੍ਰੰਥੀ। ਹੁਕਮਨਾਮੇ ਦੀ ਸੇਵਾ ਮਿਲੀ। ਸ੍ਰੀ ਹਰਿਮੰਦਰ ਸਾਹਿਬ ਜਿੱਥੇ ਜੋ ਡਿੱਠੇ ਸਭੇ ਨਾ ਥਾਵ ਨਹੀਂ ਤੁਧ ਜਿਹਾ, ਕਿੰਨਾ ਸਭ ਤੋਂ ਮਾਰ ਸਾਡਾ ਸ਼੍ਰੋਮਣੀ ਸਥਾਨ ਹੈ, ਕੇਂਦਰੀ ਸਥਾਨ, ਸੱਚਖੰਡ ਵਸੈ ਨਿਰੰਕਾਰ। ਅਤੇ ਬਾਬਾ ਬੁੱਢਾ ਸਾਹਿਬ ਜੀ ਪਹਿਲੇ ਹੈੱਡ ਗ੍ਰੰਥੀ ਹੋਏ ਆ। ਹੁਕਮਨਾਮੇ ਦੀ ਸੇਵਾ ਕਿੰਨੀ ਵਡਿਆਈ ਵੀ ਆਪ ਬਾਬਾ ਬੁੱਢਾ ਸਾਹਿਬ ਜੀ ਹੁਕਮਨਾਮਾ ਲੈ ਰਹੇ, ਅਤੇ ਜਿਨ੍ਹਾਂ ਸਤਿਗੁਰਾਂ ਦੀ ਬਾਣੀ ਉਹ ਆਪ ਚੌਰ ਸਾਹਿਬ ਕਰ ਰਹੇ ਗੁਰੂ ਅਰਜਨ ਸਾਹਿਬ ਮਹਾਰਾਜ। ਕਿੰਨੀ ਵੱਡੀ ਪਦਵੀ ਬਖਸ਼ੀ ਹੈ। ਫਿਰ ਬਾਬਾ ਬੁੱਢਾ ਸਾਹਿਬ ਜੀ ਸਿੱਖੀ ਦੇ ਕਿੰਨੇ ਧੁਰਾ ਹੋਏ। ਗੁਰੂ ਅੰਗਦ ਦੇਵ ਸਾਹਿਬ ਜੀ, ਗੁਰੂ ਅਮਰਦਾਸ ਮਹਾਰਾਜ ਜੀ, ਗੁਰੂ ਰਾਮਦਾਸ ਜੀ, ਗੁਰੂ ਅਰਜਨ ਦੇਵ ਜੀ, 6ਵੇਂ ਪਾਤਸ਼ਾਹ ਤੱਕ ਗੁਰਿਆਈ ਦਾ ਜਿਹੜਾ ਤਿਲਕ ਆਪਣੇ ਹੱਥੀਂ ਦਿੱਤਾ ਹੈ। 6 ਗੁਰੂ ਸਾਹਿਬਾਨਾਂ ਦੇ ਦਰਸ਼ਨ ਅਤੇ ਪ੍ਰਤੱਖ ਗੁਰਤਾ ਦੇ ਵਿਰਾਜਮਾਨ ਹੋਇਆਂ ਦੇਖੇ ਹੈ। ਜੋ ਸ੍ਰੀ ਹਰਿਮੰਦਰ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਰਚਿਤ ਕਰਕੇ ਮਹਾਰਾਜ ਨੇ ਤਖਤਾਂ 'ਤੇ ਸਜਾਈ, ਉਹ ਵੀ ਗੁਰਤਾ ਹੀ ਸੀ। 7ਵੇਂ ਦਰਸ਼ਨ ਉਹ ਪਾਤਸ਼ਾਹੀ ਦੇ ਹੈ, ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਵੀ। ਇੱਕ 10ਵੇਂ ਪਾਤਸ਼ਾਹ ਜੀ ਦੇ ਦੋਹਰੇ
ਜਿਹੜੇ ਬਾਅਦ ਵਿੱਚ ਉਚਾਰੇ ਤੇ ਨੌਵੇਂ ਪਾਤਸ਼ਾਹ ਜੀ ਦੀ ਬਾਣੀ ਰਹਿ ਗਈ ਸੀ। ਬਾਕੀ ਤੇ ਸਭ ਸੰਪੂਰਨ ਹੀ ਬਾਣੀ ਸੀ। ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ 7 ਪਾਤਸ਼ਾਹੀਆਂ ਦੇ। ਗੁਰੂ ਤੇਗ ਬਹਾਦਰ ਜੀ ਦਾ ਦਰਸ਼ਨ ਵੀ ਬਾਬਾ ਬੁੱਢਾ ਸਾਹਿਬ ਜੀ ਨੇ ਕੀਤਾ ਹੈ। 8 ਪਾਤਸ਼ਾਹੀਆਂ ਦੇ ਦਰਸ਼ਨ ਕਰਨ ਵਾਲੇ ਬਾਬਾ ਬੁੱਢਾ ਸਾਹਿਬ ਜੀ ਐਸੇ ਬ੍ਰਹਮ ਗਿਆਨੀ ਹੋਏ ਹੈ ਕਿ ਜਿਨ੍ਹਾਂ ਨੂੰ ਮਹਾਰਾਜ ਜੀ ਨੇ ਇੱਕ ਦਰਸ਼ਨ ਇੰਨਾ ਹੀ ਕਹਿਣ ਨਾਲ ਵੀ ਬੱਚੇ ਤੂੰ ਤੇਰਾ ਨਾਮ ਕੀ, ਕਿਹੜਾ ਪਿੰਡ ਹੈ, ਕਿਹਦੇ ਪੁੱਤਰ ਤੁਸੀਂ, ਇੰਨਾ ਪੁੱਛਣੇ ਕਰਕੇ ਬ੍ਰਹਮ ਗਿਆਨ ਬਖਸ਼ ਦਿੱਤਾ। ਇਹ ਗੁਰੂ ਜੀ ਦੀ ਵਡਿਆਈ ਹੈ, ਪਿਛਲਾ ਤਪ ਹੈ। ਇਹ ਬਾਬਾ ਬੁੱਢਾ ਸਾਹਿਬ ਦੇ ਜਨਮ ਸਥਾਨ 'ਤੇ ਕੱਥੂ ਨੰਗਲ ਹੈ। ਭਾਈ ਸੁੱਘਾ ਰੰਧਾਵਾ ਪਿਤਾ ਜੀ ਦਾ ਨਾਮ ਸੀ। ਮਾਤਾ ਗੌਰਾਂ ਜੀ ਦੀ ਕੁੱਖੋਂ 6 ਅਕਤੂਬਰ ਦਿਨ ਮੰਗਲਵਾਰ ਅਤੇ 1506 ਜਿਹੜੀ ਹੈ ਸੰਨ ਵਿੱਚ ਹੋਇਆ, ਈਸਵੀ ਵਿੱਚ 7 ਕੱਤਕ 1563 ਬਿਕਰਮੀ ਸੰਮਤ। 125 ਸਾਲ ਬਾਬਾ ਬੁੱਢਾ ਸਾਹਿਬ ਜੀ ਨੇ ਗੁਰੂ ਘਰ ਦੀ ਸੇਵਾ ਕੀਤੀ ਹੈ ਤਨ ਮਨ ਧਨ ਨਾਲ। ਬੇਅੰਤ ਸੇਵਾ, ਅਨੇਕਾਂ ਦੇ ਰੋਗ ਦੂਰ ਕੀਤੇ। ਅਤੇ ਨਾਲ ਹੀ ਬਾਬਾ ਬੁੱਢਾ ਸਾਹਿਬ ਜੀ ਨੇ ਸਾਧ ਸੰਗਤ ਜੀ ਸ੍ਰੀ ਹਰਿਮੰਦਰ ਸਾਹਿਬ ਸੱਚਖੰਡ ਦੀ ਸੇਵਾ ਵੀ ਬੇਅੰਤ ਕੀਤੀ ਹੈ। ਕਿੱਥੇ ਨਹੀਂ ਸੇਵਾ ਕੀਤੀ। ਇਵੇਂ ਗੁਰੂ ਘਰ ਕੇ ਬੜੇ ਵੱਡੇ ਸੇਵਕ ਹੋਏ। ਬਾਬਾ ਬੁੱਢਾ ਸਾਹਿਬ ਜੀ ਇੱਥੇ ਥੋੜ੍ਹਾ ਜਿਹਾ ਪ੍ਰਸੰਗ ਉਹਨਾਂ ਦਾ ਆਇਆ ਹੈ। ਜਿਵੇਂ ਗੁਰੂ ਸਾਹਿਬ ਜੀ ਨਾਲ ਮਿਲਾਪ ਹੋਇਆ ਅਤੇ ਬਹੁਤ ਮਹਾਨ ਹੀ ਸ਼ਕਤੀ ਵਾਲੇ ਹੋਏ ਬ੍ਰਹਮ ਗਿਆਨੀ। ਅੱਗੇ ਜਿਵੇਂ ਭਾਈ ਬਾਲਾ ਜੀ ਦਾ ਪ੍ਰਸੰਗ ਆ ਰਿਹਾ ਹੈ, ਉਹ ਆਪਾਂ ਸਰਵਣ ਕਰੀਏ। ਸਰਵਣ ਕਰਨ ਤੋਂ ਪਹਿਲਾਂ ਗੁਰੂ ਚਰਨਾਂ ਵਿੱਚ ਨਵਾਓ ਸੀਸ। ਉਚਾਰਨ ਕਰੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੁਣੀਏ ਸ੍ਰੀ ਅੰਗਦ ਇਤਿਹਾਸਾ। ਬਾਬਾ ਬੁੱਢਾ ਸਾਹਿਬ ਜੀ ਦਾ ਜਦੋਂ ਪ੍ਰਸੰਗ ਸੰਪੂਰਨ ਹੋਇਆ ਅਤੇ ਭਾਈ ਬਾਲਾ ਜੀ ਕਹਿਣ ਲੱਗੇ ਗੁਰੂ ਅੰਗਦ ਦੇਵ ਸਾਹਿਬ ਜੀ ਅਗਲਾ ਇਤਿਹਾਸ ਵੀ ਸੁਣੀਏ। ਮੈਂ ਇੱਕ ਦਿਵਸ ਸੁਲੱਖਣੀ ਪਾਸਾ। ਇੱਕ ਦਿਨ ਦੀ ਗੱਲ ਹੈ ਕਿ ਜੋ ਸਤਿਗੁਰੂ ਜੀ ਦੇ ਮਹਿਲ ਧੰਨ ਧੰਨ ਮਾਤਾ ਜਗਤ ਮਾਤਾ ਸੁਲੱਖਣੀ ਜੀ ਸਨ, ਉਹਨਾਂ ਦੇ ਪਾਸ ਕੋਲ ਸਹਿਜ ਸੁਭਾਏ ਸੋ ਬੈਠਿਓ ਜਾਈ। ਚੱਲਦਾ ਸੁੱਤੇ ਸੇਧੀ ਸਹਿਜ ਸੁਭਾਈ ਜਾ ਬੈਠਿਆ। ਤਿਸ ਬਿਦ ਮੁਝ ਕੋ ਗਿਰਾ ਲਾਈ। ਜਦੋਂ ਮੈਂ ਜਾ ਬੈਠਿਆ ਇਸ ਤਰ੍ਹਾਂ ਮੇਰੇ ਨਾਲ ਮਾਤਾ ਸੁਲੱਖਣੀ ਜੀ ਨੇ ਬਚਨ ਕਿਹਾ। ਦੋਹਰਾ ਟਿਕਨ ਦੇਹੋ ਅਬ ਤਪੇ ਕੋ। ਕਿਉਂਕਿ ਭਾਈ ਬਾਲਾ ਜੀ ਗੁਰੂ ਮਹਾਰਾਜ ਜੀ ਤੋਂ 3 ਸਾਲ ਉਮਰ ਵਿੱਚੋਂ ਵੱਡੇ ਸਨ ਅਤੇ ਕੁਝ ਵੱਡੇ ਹੋਣੇ ਕਰਕੇ ਭਾਵੇਂ ਕਿ ਸਤਿਗੁਰੂ ਜੀ ਦੀ ਉਮਰ ਵਿੱਚ ਵੱਡੇ ਸੀ, ਪਰ ਗੁਰੂ ਮਹਾਰਾਜ ਜੀ ਨੂੰ ਬੜਾ ਮੰਨਿਆ ਪਰਮੇਸ਼ਰ ਖੁਦਾ ਕਰਕੇ, ਜਿਸ ਕਰਕੇ ਗੁਰੂ ਮਾਂ ਪਿਓ ਹੁੰਦਾ ਹੈ। ਗੁਰਦੇਵ ਮਾਤਾ, ਗੁਰਦੇਵ ਪਿਤਾ, ਗੁਰਦੇਵ ਸੁਆਮੀ ਪਰਮੇਸ਼ਵਰਾ। ਵੀ ਗੁਰੂ ਪਰਮੇਸ਼ਰ ਹੈ, ਗੁਰੂ ਸੁਆਮੀ ਹੈ, ਗੁਰੂ ਮਾਂ ਹੈ, ਗੁਰੂ ਪਿਤਾ ਹੈ। ਗੁਰੂ ਜੀ ਦਾ ਸਤਿਕਾਰ ਕਰਦੇ ਸਨ, ਇਸ ਕਰਕੇ ਭਾਵੇਂ ਵੱਡੇ ਹੀ ਹੈ। ਮਾਤਾ ਸੁਲੱਖਣੀ ਜੀ ਵੀ ਉਹਨਾਂ ਦੇ ਮਾਤਾ ਜੀ ਲੱਗੇ, ਜਿਸ ਕਰਕੇ ਗੁਰੂ ਅੰਗਦ ਦੇਵ ਸਾਹਿਬ ਜੀ ਨੂੰ ਦੱਸ ਰਹੇ ਆ ਵੀ ਮੈਨੂੰ ਜਦੋਂ ਮੈਂ ਗਿਆ ਹਾਂ ਅਤੇ ਮੈਨੂੰ ਮਾਤਾ ਜੀ ਕਹਿਣ ਲੱਗੇ ਵੀ ਭਾਈ ਬਾਲਾ ਹੁਣ ਵੀ ਜੋ ਗੁਰੂ ਨਾਨਕ ਸਾਹਿਬ ਤਪੇ ਜੀ ਹਨ ਸਾਡੇ ਪਤੀ, ਉਹਨਾਂ ਨੂੰ ਤੁਸੀਂ ਹੁਣ ਟਿਕਣ ਦਿਓ, ਠਹਿਰਨ ਦਿਓ ਇੱਕ ਥਾਂ। ਵਿਚਰਨ ਕੀਨ ਵਿਸਾਲ। ਕਿਉਂਕਿ ਬਹੁਤ ਲੰਬਾ ਸਮਾਂ ਤੁਸਾਂ ਨੇ ਉਹਨਾਂ ਨਾਲ ਵਿਚਰਨਾ ਕੀਤਾ ਹੈ। ਉਹਨਾਂ ਨੇ ਬਹੁਤ ਸਮਾਂ ਹੀ ਲੰਬਾ ਵਿਚਰਨਾ ਕੀਤਾ ਹੈ ਦੇਸ਼ਾਂ ਵਿਦੇਸ਼ਾਂ ਵਿੱਚ। ਦੇਸ਼ ਵਿਦੇਸ਼ਨ ਕੇ ਬਿਖਾ। ਦੇਸ਼ਾਂ ਵਿੱਚ ਵੀ ਪ੍ਰਦੇਸ਼ਾਂ ਵਿੱਚ ਵੀ ਰਹਿਓ ਸੰਗ ਚਿਰਕਾਲ। ਭਾਈ ਬਾਲਾ ਤੂੰ ਬਹੁਤ ਲੰਬਾ ਸਮਾਂ ਗੁਰੂ ਸਾਹਿਬ ਜੀ ਨਾਲ ਹੀ ਰਿਹਾ ਹੈ। ਚੌਪਈ ਲੈ ਤੁਝ ਕੋ ਨਿਜ ਸੰਗ ਸਿਧਾਰਾ। ਤੇ ਜਿੱਥੇ ਵੀ ਮਹਾਰਾਜ ਜਾਂਦੇ ਉਹ ਇਕੱਲੇ 'ਚ ਜਾਂਦੇ ਨਹੀਂ ਹੈ,
ਤੈਨੂੰ ਨਾਲ ਹੀ ਲੈ ਕੇ ਚੱਲਦੇ ਹਨ। ਬਾਹਰ ਕਾਲ ਵਿਸਾਲ ਗੁਜ਼ਾਰਾ ਤੈਨੂੰ ਆਪਣੇ ਨਾਲ ਹੀ ਲੈ ਕੇ ਚੱਲਦੇ ਹੈ ਅਤੇ ਬਹੁਤ ਲੰਬਾ ਸਮਾਂ ਜਿਹੜਾ ਹੈ ਫਿਰ ਗੁਜ਼ਾਰੇ ਉਹਨਾਂ ਨੇ 12 ਸਾਲ ਵਾਪਸ ਨਹੀਂ ਆਉਂਦੇ। ਹਮਾਰੇ ਪਾਸ ਰਹਿਣ ਦਿਓ ਅਬ ਹੀ। ਇਸ ਕਰਕੇ ਭਾਈ ਬਾਲਾ ਹੁਣ ਅਸੀਂ ਕਹਿੰਦੇ ਹਾਂ ਵੀ ਜੋ ਗੁਰੂ ਸਾਹਿਬ ਜੀ ਹੈ, ਗੁਰੂ ਨਾਨਕ ਦੇਵ ਜੀ, ਤੁਸੀਂ ਉਹਨਾਂ ਨੂੰ ਹੁਣ ਸਾਡੇ ਪਾਸ ਹੀ ਰਹਿਣ ਦਿਓ, ਇੱਥੇ ਹੀ ਸਾਡੇ ਕੋਲ ਹੀ ਰਹਿਣ। ਤੁਝ ਬਿਨ ਜਾਏ ਵਹਿਰ ਨਹਿ ਕਬਹੀ। ਕਿਉਂਕਿ ਜਿੰਨਾ ਚਿਰ ਤੁਸੀਂ ਕਿਤੇ ਨਾ ਕਿਤੇ ਜਾਂਦੇ ਰਹਿੰਦੇ ਆ ਅਤੇ ਤੁਹਾਡੇ ਬਿਨਾਂ ਉਹ ਕਿਤੇ ਬਾਹਰ ਕਦੀ ਜਾਂਦੇ ਨਹੀਂ ਹੈ। ਜੇ ਤੁਸੀਂ ਚਲੇ ਜਾਓ ਕਿਸੇ ਪਾਸੇ ਤਾਂ ਆਪੇ ਕਿਸੇ ਪਾਸੇ ਨਹੀਂ ਜਾਣਗੇ, ਤੁਹਾਡੇ ਬਿਨਾਂ ਉਹ ਬਾਹਰ ਕਿਤੇ ਕਦੀ ਵੀ ਜਾਣਗੇ ਨਹੀਂ। ਮੈਂ ਸੁਣ ਕੇ ਮਨ ਮਾਹੇ ਵਿਚਾਰਾ। ਉਸ ਵੇਲੇ ਗੁਰੂ ਅੰਗਦ ਦੇਵ ਸਾਹਿਬ ਜੀ, ਮੈਂ ਮਾਤਾ ਜੀ ਤੋਂ ਸੁਣ ਕੇ ਮਨ ਵਿੱਚ ਇਸ ਤਰ੍ਹਾਂ ਵਿਚਾਰ ਕੀਤੀ। ਨਿਜ ਹਿਤ ਇਨ ਬਚ ਸਾਚ ਉਚਾਰਾ। ਵੀ ਭਾਈ ਬਾਲਾ ਜੋ ਮਾਤਾ ਜੀ ਕਹਿ ਰਹੇ ਹੈ ਆਪਣੇ ਵਾਸਤੇ ਇਹਨਾਂ ਨੇ ਬਚਨ ਤੇ ਬਿਲਕੁਲ ਸੱਚ ਹੀ ਕਿਹਾ ਹੈ। ਚਿਰੰਕਾਲ ਲਗ ਕੀਨ ਉਦਾਸੀ। ਵੀ ਮਾਤਾ ਜੀ ਠੀਕ ਹੀ ਕਹਿੰਦੇ ਆ ਵੀ ਲੰਬਾ ਸਮਾਂ ਤੱਕ ਗੁਰੂ ਜੀ ਨੇ ਉਪਰਾਮਤਾ ਧਾਰਨ ਕੀਤੀ ਹੈ। ਕਿੰਨਾ ਸਮਾਂ ਦੇਸ਼ਾਂ ਵਿਦੇਸ਼ਾਂ ਵਿੱਚ ਗੁਰੂ ਮਹਾਰਾਜ ਰਟਨ ਕਰਦੇ ਰਹੇ ਹੈ। ਅਬ ਉਚਿਤ ਰਹਿ ਇਨ ਪਾਸੀ। ਹੁਣ ਤੇ ਜਿਹੜਾ ਇਹ ਯੋਗ ਹੀ ਹੈ ਵੀ ਗੁਰੂ ਸਾਹਿਬ ਜੀ ਇਹਨਾਂ ਪਾਸ ਹੀ ਰਹਿਣ, ਆਪਣੇ ਪਰਿਵਾਰ ਵਿੱਚ ਕਰਤਾਰਪੁਰ ਸਾਹਿਬ ਹੀ ਰਹਿਣ। ਮਾਨ ਬਚਨ ਮੈਂ ਪ੍ਰਭ ਟਿਗ ਆਵਾ। ਇਵੇਂ ਮਾਤਾ ਜੀ ਦਾ ਬਚਨ ਮੰਨ ਕੇ ਵੀ ਹੁਣ ਠੀਕ ਹੈ, ਮੈਂ ਹੁਣ ਗੁਰੂ ਸਾਹਿਬ ਜੀ ਦੇ ਨਾਲ ਹੀ ਰਹਾਂਗਾ ਅਤੇ ਨਾ ਕਿਤੇ ਗੁਰੂ ਮਹਾਰਾਜ ਜੀ ਨੂੰ ਜਾਣ ਹੀ ਦਿਆਂਗਾ। ਅਤੇ ਬਚਨ ਮੰਨ ਕੇ ਮਾਤਾ ਜੀ ਦਾ ਅਤੇ ਮੈਂ ਗੁਰੂ ਨਾਨਕ ਸਾਹਿਬ ਜੀ ਪਾਸ ਆ ਗਿਆ। ਹਾਥ ਜੋੜ ਕਾ ਤਬ ਅਲਾਵਾ। ਦੋਵੇਂ ਹੱਥ ਜੋੜ ਕੇ ਤਦੋਂ ਬਚਨ ਕਿਹਾ। ਕਿਸੇ ਵਿਸਾਵਹੁ ਨਿਜ ਪਛਾਤੀ। ਗੁਰੂ ਮਹਾਰਾਜ ਜੀ ਆਪਣੇ ਸੱਚਖੰਡ ਗਮਨ ਤੋਂ ਪਿੱਛੋਂ, ਭਾਵ ਆਪਣੇ ਪਿੱਛੋਂ ਜਦੋਂ ਤੁਸੀਂ ਨੇ ਸੱਚਖੰਡ ਗਮਨ ਕਰਨਾ ਹੈ ਅਤੇ ਉਸ ਤੋਂ ਪਹਿਲਾਂ ਤੁਸੀਂ ਜਿਹੜਾ ਵੀ ਕਿਸ ਨੂੰ ਬਿਠਾਓਗੇ ਗੁਰਤਾ ਉੱਪਰ। ਗੁਰਤਾ ਦੇਹ ਕਰਹੁ ਬਖਿਆਤੀ। ਗੁਰਤਾ ਗੱਦੀ ਕਿਸ ਨੂੰ ਤੁਸੀਂ ਦਿਓਗੇ ਮਹਾਰਾਜ? ਆਪਣੇ ਸੱਚਖੰਡ ਗਮਨ ਤੋਂ ਪਹਿਲਾਂ ਇਹ ਸਰੀਰ ਕਰਕੇ ਜਦੋਂ ਜਾਓਗੇ ਅਤੇ ਆਪਣੀ ਜਿਹੜੀ ਗੁਰਿਆਈ ਹੈ, ਗੁਰਤਾ ਗੱਦੀ ਹੈ, ਸਿੰਘਾਸਣ ਦਾ ਉੱਤੇ ਵਿਰਾਜਮਾਨ ਜਿਹਨੂੰ ਕਰੋਗੇ, ਉਹ ਕਿਸ ਨੂੰ ਗੁਰਤਾ ਗੱਦੀ ਦਿਓਗੇ? ਮਹਾਰਾਜ ਪ੍ਰਗਟ ਰੂਪ ਵਿੱਚ ਉਹ ਵੀ ਕਹਿ ਦਿਓ, ਦੱਸ ਦਿਓ। ਸ੍ਰੀ ਚੰਦ ਕਾ ਲਖਮੀ ਦਾਸ। ਸ੍ਰੀ ਆਪ ਜੀ ਦੇ ਵੱਡੇ ਸਾਹਿਬਜ਼ਾਦੇ ਹਨ ਬਾਬਾ ਸ਼੍ਰੀ ਚੰਦ ਜੀ ਅਤੇ ਦੂਸਰੇ ਲਖਮੀ ਦਾਸ ਜੀ। ਕਿਦੋਂ ਅਪਰ ਕੋ ਹੈ ਸੁਖ ਰਾਸ। ਇਹ ਬਾਬਾ ਸ਼੍ਰੀ ਚੰਦ ਜੀ ਨੂੰ ਗੁਰਤਾ ਦਿਓਗੇ ਜਾਂ ਲਖਮੀ ਦਾਸ ਜੀ ਨੂੰ, ਅਥਵਾ ਵੀ ਕਿਸੇ ਹੋਰ ਨੂੰ? ਮਹਾਰਾਜ ਸੁੱਖਾਂ ਦੀ ਰਾਸ, ਸੁੱਖਾਂ ਦੀ ਪੂੰਜੀ ਖਜ਼ਾਨਾ ਜੀ ਆਪ ਉਹ ਵੀ ਦੱਸ ਦਿਓ। ਅੱਜ ਤੱਕ ਆਪ ਜੀ ਨੇ ਕੋਈ ਬਚਨ ਮੇਰੇ ਤੋਂ ਛੁਪਾਇਆ ਨਹੀਂ ਹੈ। ਅਖੀਰਲਾ ਬਚਨ ਇਹ ਵੀ ਦੱਸ ਦਿਓ ਜੀ। ਸ੍ਰੀ ਮੁਖ ਤੇ ਮੁਝ ਦੇਹੋ ਬਤਾਈ। ਸੋਭਾ ਵਾਲੇ ਸੋਹਣੇ ਮੁਖ ਤੋਂ ਮਹਾਰਾਜ ਮੈਨੂੰ ਦੱਸ ਦਿਓ। ਜੋ ਪਾਵਹਿ ਸਭ ਜਗ ਗੁਰਿਆਈ। ਜੋ ਸਾਰੇ ਜਗਤ ਦੀ ਗੁਰਿਆਈ ਪਾਵੇਗਾ, ਗੁਰਤਾ ਤੇ ਵਿਰਾਜਮਾਨ ਹੋ ਕੇ ਤੁਹਾਡੇ ਪਿੱਛੋਂ ਸੰਸਾਰ ਵਿੱਚ ਪੂਜਨੀਕ ਹੋਵੇਗਾ। ਕਹਿਤ ਭਏ ਹਮਾਰੇ ਪਛਾਤੀ। ਗੁਰੂ ਅੰਗਦ ਦੇਵ ਸਾਹਿਬ ਜੀ, ਗੁਰੂ ਨਾਨਕ ਸਾਹਿਬ ਜੀ ਮੇਰੇ ਪਾਸੋਂ ਸੁਣ ਕੇ ਫਿਰ ਇਵੇਂ ਕਹਿਣ ਲੱਗੇ ਵੀ ਭਾਈ ਬਾਲਾ ਸਾਡੇ ਪਿੱਛੋਂ ਤ੍ਰਿਹਨ ਗੋਤ ਛਤਰੀ ਜਿਹ ਜਾਤੀ। ਸਾਡੇ ਪਿੱਛੋਂ ਜੋ ਗੁਰਤਾ ਤੇ ਸੁਭਾਏਮਾਨ ਹੋਣਗੇ, ਸੁਣ ਵੀ ਜਿਨ੍ਹਾਂ ਦੀ ਜਾਤ ਜਿਹੜੀ ਹੈ ਛਤਰੀ ਹੋਏਗੀ ਅਤੇ ਗੋਤ ਜਿਨ੍ਹਾਂ ਦਾ ਤ੍ਰਿਹਣ ਹੋਏਗਾ, ਤ੍ਰਿਹਣ ਕੁਲ ਹੋਏਗੀ। ਪ੍ਰਥਮੇ ਲਹਿਣਾ ਤਾਂ ਕੋ ਨਾਮ। ਅਤੇ ਉਸ ਦਾ ਜਿਹੜਾ ਪਹਿਲਾ ਨਾਮ ਹੈ ਮਾਂ ਪਿਓ ਵੱਲੋਂ ਰੱਖਿਆ ਹੋਇਆ ਲਹਿਣਾ ਹੋਵੇਗਾ। ਪੁਨ ਅੰਗਦ ਹੋਇਆ ਹੈ ਬਰਾਮ। ਫਿਰ ਜਦੋਂ ਸਾਡੇ ਨਾਲ ਮਿਲਾਪ ਹੋਏਗਾ, ਅਸੀਂ ਆਪਣੇ ਅੰਗਾਂ ਨਾਲ ਛੁਹਾ ਕੇ ਉਹਨਾਂ ਦਾ ਨਾਮ ਅੰਗਦ ਰੱਖ ਦਿਆਂਗੇ। ਸਾਡੇ ਅੰਗਾਂ ਨਾਲ ਸੋਹਣੇ ਕਰਕੇ ਅਤੇ ਉਹਨਾਂ ਦਾ ਅਸੀਂ ਅੰਗ ਕਰਾਂਗੇ
ਪੱਖ ਦਿਆਂਗੇ ਇਹਨਾਂ ਨੂੰ, ਪੱਖ ਦੇ ਕੇ ਅੰਗਦ ਕਰਕੇ ਤੇ ਉਹਨਾਂ ਦਾ ਸੋਹਣਾ ਨਾਮ ਅੰਗਦ ਹੋ ਜਾਏਗਾ। ਆਪਣਾ ਸੋ ਸਰੂਪ ਮੈਂ ਧਾਰਾਂ, ਆਪਣਾ ਜਿਹੜਾ ਸਰੂਪ ਹੈ ਉਹ ਅਸੀਂ ਗੁਰੂ ਅੰਗਦ ਦੇਵ ਸਾਹਿਬ ਜੀ ਰੂਪ ਵਿੱਚ ਧਾਰਾਂਗੇ, ਰੱਖਾਂਗੇ। ਭਗਤ ਭਾਵਨਾ ਭਲੀ ਬਿਥਾਰਾਂ, ਜਿਹੜੀ ਪਰਮੇਸ਼ਰ ਦੀ ਸ਼ਰਧਾ ਭਾਵਨਾ ਨਾਲ ਪ੍ਰੇਮ ਨਾਲ ਭਗਤੀ ਕਰਨੀ ਹੈ ਚੰਗੀ, ਉਹਦਾ ਫੈਲਾਓ ਕਰਾਂਗੇ ਉਸ ਸਰੂਪ ਵਿੱਚ। ਭੇਦ ਨਾ ਲੱਖ ਸਕਹੀ ਕੋ ਜੈਸਾ, ਭਾਈ ਬਾਲਾ ਐਸਾ ਸਰੂਪ ਧਾਰਾਂਗੇ ਵੀ ਕੋਈ ਵੀ ਜਿਹੜਾ ਨਾ ਸਾਡੇ ਵਿੱਚ ਭੇਦ ਨਹੀਂ ਜਾਣ ਸਕੇਗਾ ਵੀ ਗੁਰੂ ਨਾਨਕ ਦੇਵ ਸਾਹਿਬ ਜੀ ਤੇ ਗੁਰੂ ਅੰਗਦ ਦੇਵ ਜੀ ਵੱਖਰੇ ਵੱਖਰਿਆਂ ਨੂੰ ਕੋਈ ਭੇਦ ਨਹੀਂ ਜਾਣ ਸਕੇਗਾ। ਦੂਸਰ ਬੇਖ ਧਰਮ ਮੈਂ ਐਸਾ, ਦੂਸਰਾ ਭੇਖ ਸਰੂਪ ਅਸੀਂ ਐਸਾ ਧਾਰਾਂਗੇ ਵੀ ਕੋਈ ਭੇਦ ਨਹੀਂ ਜਾਣ ਸਕੇਗਾ। ਯੋ ਸੁਨ ਕੈ ਮੈਂ ਦੁਆ ਕਰ ਬੰਦੇ, ਜਿਵੇਂ ਭਾਈ ਸੱਤਾ ਬਲਵੰਡ ਨੇ ਕਿਹਾ ਹੈ, ਜੋ ਤੋਹਾ ਜੁਗਤ ਸਹਿ ਸਹਿ ਕਾਇਆ ਫਿਰ ਪਲਟੀ ਹੈ, ਵੀ ਜੋਤ ਉਹੀ ਜੁਗਤੀ ਉਹੀ, ਬਸ ਸਰੀਰ ਰੂਪੀ ਕੱਪੜਾ ਹੀ ਬਦਲਿਆ ਹੈ। ਗੁਰੂ ਅੰਗਦ ਦੇਵ ਸਾਹਿਬ ਜੀ, ਗੁਰੂ ਨਾਨਕ ਸਾਹਿਬ ਜੀ ਕੋਈ ਫਰਕ ਨਹੀਂ, ਇੱਕ ਹੀ ਸਰੂਪ ਹਨ। ਉਹ ਜਿਵੇਂ ਭੱਟ ਸਾਹਿਬਾਨ ਵੀ ਕਹਿੰਦੇ ਆ ਕਿ ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ, ਤਾਤੇ ਅੰਗਦ ਭਇਓ ਤਤ ਸਿਓ ਤਤ ਮਿਲਾਇਓ। ਐਸੇ ਜਿਹੜੇ ਅਸੀਂ ਸਰੂਪ ਵਾਲੇ ਹੋਵਾਂਗੇ ਕੋਈ ਭੇਦ ਨਹੀਂ ਜਾਣ ਸਕੇਗਾ। ਇਉ ਸੁਨ ਕੈ ਮੈਂ ਦੁਆ ਕਰ ਬੰਦੇ, ਇਉਂ ਸਤਿਗੁਰ ਜੀ ਤੋਂ ਸੁਣ ਕੇ ਗੁਰੂ ਮਹਾਰਾਜ ਮੈਂ ਦੋਵੇਂ ਹੱਥ ਫਿਰ ਜੋੜੇ। ਬੰਦਨ ਕੀਨ ਚਰਨ ਅਰਬਿੰਦੇ, ਗੁਰੂ ਨਾਨਕ ਸਾਹਿਬ ਜੀ ਦੇ ਚਰਨ ਕਮਲਾਂ ਉੱਪਰ ਨਮਸਕਾਰ ਬੰਦਨਾ ਕੀਤੀ। ਪ੍ਰਭ ਜੀ ਅਬ ਮੁਝ ਦੇਹੋ ਰਜਾਈ, ਗੁਰੂ ਮਹਾਰਾਜ ਜੀ ਠੀਕ ਹੈ ਜੀ, ਆਪ ਜੀ ਨੇ ਗੁਰਤਾ ਤੇ ਗੁਰੂ ਅੰਗਦ ਦੇਵ ਸਾਹਿਬ ਜੀ ਕਰਕੇ ਬਿਰਾਜਮਾਨ ਹੋਣਾ ਹੈ। ਚਲੋ ਠੀਕ ਹੈ ਮਹਾਰਾਜ, ਹੁਣ ਕਿਰਪਾ ਕਰੋ ਪ੍ਰਭੂ ਜੀ, ਮੈਨੂੰ ਵੀ ਹੁਣ ਆਗਿਆ ਦੇ ਦਿਓ ਜੀ। ਤਲਵੰਡੀ ਮਹਿ ਰਹਿ ਹੋ ਜਾਈ, ਤੁਸੀਂ ਹੁਣ ਇੱਥੇ ਕਰਤਾਰਪੁਰ ਸਾਹਿਬ ਰਹਿ ਕੇ ਸੰਗਤਾਂ ਨਿਹਾਲ ਕਿਰਤਾਰਥ ਕਰੋ। ਤੇ ਜੋ ਆਪ ਜੀ ਦਾ ਅਵਤਾਰ ਸਥਾਨ ਹੈ ਤੇ ਮੇਰਾ ਵੀ ਜਨਮ ਸਥਾਨ ਹੈ ਰਾਏਪੁਰ ਦੀ ਤਲਵੰਡੀ, ਗੁਰੂ ਮਹਾਰਾਜ ਮੈਂ ਉੱਥੇ ਜਾ ਕੇ ਰਹਿੰਦਾ ਹਾਂ। ਬਾਹਰ ਕਿਰਪਾ ਕਰ ਮੇਲੋ ਜਬ ਹੀ, ਫਿਰ ਜਦੋਂ ਕਿਰਪਾ ਕਰਕੇ ਤੁਸੀਂ ਮੈਨੂੰ ਮਿਲੋਗੇ ਆਪਣੇ ਨਾਲ, ਦਰਸ਼ਨ ਪ੍ਰਾਪਤ ਹੋਇਆ ਹੈ ਤਬ ਹੀ, ਆਪ ਜੀ ਦਾ ਦਰਸ਼ਨ ਤਦੋਂ ਹੀ ਪ੍ਰਾਪਤ ਹੋ ਜਾਏਗਾ। ਦਾਸ ਜਾਨ ਚਿਤ ਚੇਤਾ ਕਰੀਏ, ਗੁਰੂ ਮਹਾਰਾਜ ਮੇਰੀ ਇੱਕ ਬੇਨਤੀ ਹੈ, ਆਪਣਾ ਦਾਸ ਸੇਵਕ ਜਾਣ ਕੇ ਚਿੱਤ ਵਿੱਚ ਹਮੇਸ਼ਾ ਮੈਨੂੰ ਯਾਦ ਹੀ ਰੱਖਣਾ ਕਰੀਏ, ਕਦੀ ਨਾ ਵਿਸਾਰੀਏ। ਭੂਲ ਕਹਿਓ ਕਛ ਹਿਰਦਾ ਨਾ ਧਰੀਏ, ਜੇ ਕੋਈ ਭੁੱਲ ਭੁਲੇਖੇ ਵਿੱਚ ਗੁਰੂ ਮਹਾਰਾਜ ਤੁਹਾਡੇ ਨਾਲ ਰਹਿੰਦਿਆਂ ਹੋਇਆ ਕਿਹਾ ਗਿਆ ਹੋਵੇ ਕੁਝ, ਕਦੀ ਵੀ ਮੇਰਾ ਹਿਰਦੇ ਵਿੱਚ ਨਾ ਰੱਖੀਏ ਵੀ ਭਾਈ ਬਾਲਾ ਨੇ ਕਿਸੇ ਸਮੇਂ ਵਿੱਚ ਬੋਲਿਆ ਸੀ, ਗੁਰੂ ਮਹਾਰਾਜ ਦੇ ਚੋਂ ਭੁਲਾ ਦਈਏ। ਸੁਨ ਕਾ ਸ੍ਰੀ ਗੁਰ ਬਚਨ ਉਚਾਰੇ, ਸੁਣ ਕੇ ਐਸੇ ਨਿਮਰਤਾ ਦੇ ਬਚਨ ਗੁਰੂ ਨਾਨਕ ਸਾਹਿਬ ਜੀ ਨੇ ਬਚਨ ਕਹੇ। ਤੂੰ ਹਮਸੇ ਨਿਤ ਮਿਲਿਓ ਪਿਆਰੇ, ਭਾਈ ਬਾਲਾ ਇਹ ਤੂੰ ਕੀ ਕਹਿਣਾ ਹੈ? ਹੇ ਪਿਆਰੇ, ਤੂੰ ਤੇ ਸਾਡਾ ਬਹੁਤ ਤਗੜਾ ਪਿਆਰਾ, ਤੂੰ ਤੇ ਸਾਡੇ ਨਾਲ ਹਮੇਸ਼ਾ ਹੀ ਮਿਲਿਆ ਹੈ। ਸੰਗੀ ਲੋਕ ਪਰਲੋਕ ਮਝਾਰੀ, ਅਸੀਂ ਤੇਰੇ ਸੰਗੀ ਸਾਥੀ ਇਸ ਲੋਕ ਦੇ ਥੋੜੀ ਵੀ ਇੱਥੇ ਸਰੀਰ ਕਰਕੇ ਤੇਰੇ ਸਾਥੀ ਹਾਂ, ਅਸੀਂ ਤੇ ਇਸ ਲੋਕ ਦੇ ਵੀ ਤੇਰੇ ਸੰਗੀ ਸਾਥੀ ਹਾਂ, ਪਰਲੋਕ ਦੇ ਵਿੱਚ ਵੀ ਤੇਰੇ ਸੰਗੀ ਸਾਥੀ ਹਾਂ, ਲੋਕ ਪਰਲੋਕ ਸਹਾਈ ਹਾਂ। ਭਾਈ ਬਾਲੇ ਇੱਥੇ ਉੱਥੇ ਰਖਵਾਲੇ ਹਾਂ, ਕਰਤਿਓ ਹਮਾਰੇ ਨੇਤਾ ਸਾਰੀ, ਕਿਉਂਕਿ ਤੂੰ ਹਮੇਸ਼ਾ ਸਾਡੇ ਅਨਸਾਰੀ ਹੋ ਕੇ ਵਰਤਿਆ ਹੈ। ਤਨ ਮਿਲਿਓ ਪਨ ਬਿਸ਼ਰਨ ਹੋਈ, ਕਰਤਿਓ ਹਮਾਰੇ, ਇੱਥੇ ਵਰਤਿਓ ਪਾਠ ਪਹਿਲਾ ਹੈ ਵੀ ਵਰਤਿਓ ਹਮਾਰੇ ਨਿਤ ਅਨਸਾਰੀ, ਤੂੰ ਹਮੇਸ਼ਾ ਸਾਡੇ ਅਨਸਾਰੀ ਹੋ ਕੇ ਵਰਤਿਆ, ਇਸ ਕਰਕੇ ਤੂੰ ਤੇ ਸਾਡਾ ਬੜਾ ਪਿਆਰਾ ਹੈ, ਅਸੀਂ ਤੇਰੇ ਨਾਲ ਸਦਾ ਹੀ ਮਿਲੇ ਹੋਏ ਹਾਂ। ਤਨ ਮਿਲਿਓ ਪਨ ਬਿਸ਼ਰਨ ਹੋਈ, ਭਾਈ ਬਾਲਾ ਜਿਹੜਾ ਸਰੀਰ ਕਰਕੇ ਮਿਲਿਆ ਹੁੰਦਾ ਹੈ ਉਹ ਤੇ ਫਿਰ ਵਿਛੜਨਾ ਹੁੰਦਾ ਹੀ ਹੈ, ਸਰੀਰ ਮਿਲਦੇ ਵੀ ਹੈ ਤੇ ਵਿਛੜਦੇ ਵੀ ਹੈ। ਜਿਨ ਮਨ ਮਿਲੇ ਨਾ ਬਿਸ਼ਰੇ ਕੋਈ, ਜਿਹੜੇ ਮਨ ਕਰਕੇ ਮਿਲੇ ਉਹ ਕੋਈ ਵਿਛੜਦਾ ਨਹੀਂ ਹੈ, ਜਿਹੜੇ ਮਨ ਕਰਕੇ ਮਿਲੇ ਉਹ ਥੋੜ੍ਹੀ ਵਿਛੜਦੇ। ਸਰੀਰ ਤੇ ਇੱਥੇ ਹੀ ਹੁਣ ਮਿਲੇ ਹਾਂ
ਤੇ ਜਦੋਂ ਹੀ ਕੋਈ ਬਾਹਰ ਦਰਬਾਰ 'ਚ ਚਲਿਆ ਗਿਆ ਤੇ ਵਿਛੜ ਗਿਆ। ਤੇ ਜਿਹੜਾ ਮਨ ਕਰਕੇ ਮਿਲਿਆ ਉਹ ਤੇ ਜਾਂਦਾ ਜਾਂਦਾ ਵੀ ਅੰਦਰ ਯਾਦ ਰੱਖੂਗਾ। ਗੁਰੂ ਅੰਗਦ ਸਾਹਿਬ ਜੀ ਕਹਿੰਦੇ ਅੰਤਰਾਤਮੇ ਜੋ ਮਿਲਿਆ ਮਿਲਿਆ ਕਹੀਏ ਸੋਏ, ਮਿਲਿਆ ਮਿਲਿਆ ਨਾ ਮਿਲਿਆ ਮਿਲੇ ਮਿਲਿਆ ਜੇ ਹੋਏ। ਤੇ ਮਿਲਿਆ ਮਿਲਿਆ ਜੇ ਕਹਿੰਦਾ ਵੀ ਉਹ ਮਿਲਿਆ ਨਹੀਂ ਹੁੰਦਾ, ਮਿਲਿਆ ਤਾਂ ਹੁੰਦਾ ਜਿਹੜਾ ਅੰਤਰਾਤਮੇ ਮਿਲਿਆ। ਅੰਤਰਾਤਮੇ ਜੋ ਮਿਲਿਆ ਮਿਲਿਆ ਕਹੀਏ ਸੋਏ, ਉਹ ਮਿਲਿਆ ਹੁੰਦਾ। ਗੁਰੂ ਸਾਹਿਬ ਕਹਿੰਦੇ ਜਿਨ ਭਾਈ ਬਾਲਾ ਜਿਨ੍ਹਾਂ ਦੇ ਮਨ ਮਿਲੇ ਉਹ ਕੋਈ ਵਿਛੜਿਆ ਨਹੀਂ ਹੁੰਦਾ, ਉਹ ਵਿਛੜਦੇ ਨਹੀਂ ਹਨ। ਸਦਾ ਯਾਦ ਤੂੰ ਹਿਰਦੇ ਹਮਾਰੇ, ਤੂੰ ਤੇ ਸਦਾ ਹੀ ਸਾਡੇ ਹਿਰਦੇ ਵਿੱਚ ਯਾਦ ਹੈ। ਪਰਮ ਮੀਤ ਕਿਉ ਦੇਹ ਵਿਸਾਰੇ, ਭਾਈ ਬਾਲਾ ਜਿਹੜੇ ਪਰਮ ਮਿੱਤਰ ਹੁੰਦੇ ਹੈ ਉਹ ਕਦੀ ਭੁੱਲਦੇ ਨਹੀਂ। ਤੇ ਜੇ ਤੂੰ ਤੇ ਸਾਡਾ ਪਰਮ ਮਿੱਤਰ ਹੈ ਫਿਰ ਪਰਮ ਮਿੱਤਰ ਨੂੰ ਕਿਵੇਂ ਭੁਲਾ ਦੇਈਏ, ਭੁਲਾ ਨਹੀਂ ਸਕਦੇ। ਸਨ ਕਾ ਪੁਨ ਬੰਧਨ ਮੈਂ ਕੀਨੀ, ਗੁਰੂ ਅੰਗਦ ਦੇਵ ਸਾਹਿਬ ਜੀ, ਗੁਰੂ ਸਾਹਿਬ ਜੀ ਦੇ ਐਸੇ ਪ੍ਰੇਮ ਵਾਲੇ ਬਚਨ ਸੁਣ ਕੇ ਮੈਂ ਨਮਸਕਾਰ ਕੀਤੀ। ਗਮਨ ਕੀਨ ਜਬ ਆਏ ਸਦੀਨੀ, ਜਦੋਂ ਸਤਿਗੁਰੂ ਜੀ ਨੇ ਮੈਨੂੰ ਆਗਿਆ ਦਿੱਤੀ ਹੈ ਵੀ ਭਾਈ ਬਾਲਾ ਤੂੰ ਤਲਵੰਡੀ ਨਗਰ ਜਾਣਾ ਤੇ ਚਲਿਆ ਜਾ, ਤੇ ਕਹਿੰਦੇ ਫਿਰ ਮੈਂ ਚੱਲਣਾ ਕੀਤਾ, ਚਾਲਾ ਮਾਰਨਾ ਕੀਤਾ। ਰੈਨ ਦਿਵਸ ਤਿਨ ਮੂਰਤ ਧਿਆਨਾ, ਰਾਏ ਭੋਜ ਦੀ ਤਲਵੰਡੀ ਜਾ ਕੇ ਰਾਤ ਹੋਵੇ ਦਿਨ ਹੋਵੇ, ਕਹਿੰਦੇ ਮੈਂ ਸਾਰੇ ਕੰਮ ਧੰਦੇ ਛੱਡ ਕੇ ਬਸ ਗੁਰੂ ਨਾਨਕ ਸਾਹਿਬ ਜੀ ਸਰੂਪ ਦਾ ਧਿਆਨ ਹੀ ਕਰਦਾ ਸਾਂ। ਕਰੋ ਹਿਰਦੇ ਹੋਇਆ ਆਨੰਦ ਮਹਾਨਾ, ਹਿਰਦੇ ਵਿੱਚ ਰਾਤ ਦਿਨ ਗੁਰੂ ਕੇ ਸਰੂਪ ਦਾ ਧਿਆਨ ਧਰਦਾ, ਜਿਸ ਕਰਕੇ ਮੈਨੂੰ ਮਹਾਨ ਪਰਮ ਆਨੰਦੀ ਹੁੰਦਾ ਸੀ। ਗੁਰ ਕੀ ਮੂਰਤ ਮਨ ਮਹਿ ਧਿਆਨ, ਗੁਰ ਕੈ ਸ਼ਬਦ ਮੰਤਰ ਮਨ ਮਾਨ, ਗੁਰ ਕੈ ਚਰਨ ਹਿਰਦੈ ਲੈ ਧਾਰੋ, ਗੁਰ ਪਾਰ ਬ੍ਰਹਮ ਸਦਾ ਨਮ ਸੁਕਾਰੋ। ਐਵੇਂ ਕਹਿੰਦੇ ਮੈਂ ਧਿਆਨ ਧਰਦਾ ਸਾਂ ਗੁਰੂ ਕੇ ਸਰੂਪ ਦਾ। ਸ੍ਰੀ ਅੰਗਦ ਸਨ ਪਰਮ ਵਡੇਰੇ, ਗੁਰੂ ਅੰਗਦ ਦੇਵ ਸਾਹਿਬ ਜੀ ਮਹਾਨ ਵੱਡਿਆਂ ਦੇ ਵੱਡੇ ਸਤਿਗੁਰੂ ਜੀ ਸੁਣੋ। ਉਤੀ ਜਤੀ ਕਰ ਦੇ ਸੁਧ ਮੇਰੇ, ਜਿੰਨੀ ਕੁ ਮਹਾਰਾਜ ਮੇਰੇ ਹਿਰਦੇ ਵਿੱਚ ਗੁਰੂ ਮਹਾਰਾਜ ਦੇ ਇਤਿਹਾਸ ਦੀ ਉਚਾਰਨ ਦੀ ਖਬਰ ਸਾਰ ਸੁਧ ਹੋਸ਼ ਹੈਗੀ ਸੀ। ਤਿਤੀ ਕਥਾ ਇਹੋ ਦੀਨ ਸੁਨਾਈ, ਜਿੰਨੀ ਕੁ ਗਿਆਤ ਮੇਰੇ ਹਿਰਦੇ ਵਿੱਚ ਹੈਗੀ ਸੀ ਉਨੀ ਕੁ ਕਥਾ ਗੁਰੂ ਮਹਾਰਾਜ ਜੀ ਮੈਂ ਤੁਹਾਨੂੰ ਸੁਣਾ ਦਿੱਤੀ ਹੈ। ਰਾਵਰ ਕੀ ਮੈਂ ਪਾਏ ਰਜਾਈ, ਆਪ ਜੀ ਦੀ ਰਜਾ ਪਾ ਕੇ ਹੁਕਮ ਪਾ ਕੇ ਜੋ ਆਪ ਜੀ ਨੇ ਕਿਹਾ ਸੀ ਭਾਈ ਬਾਲਾ ਤੂੰ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ ਦੀ ਹਜ਼ੂਰੀ ਵਿੱਚ ਰਿਹਾ, ਨਾਲ ਨਾਲ ਸਾਰੇ ਥਾਂ ਤੂੰ ਜਾਂਦਾ ਰਿਹਾ ਹੈ ਤੇ ਸਾਨੂੰ ਸੋਹਣਾ ਇਤਿਹਾਸ ਸੁਣਾ। ਤੇ ਗੁਰੂ ਮਹਾਰਾਜ ਤੁਹਾਡੀ ਆਗਿਆ ਪਾਈ ਸੀ, ਜਿੰਨਾ ਮੈਨੂੰ ਇਤਿਹਾਸ ਆਉਂਦਾ ਸੀ ਉਹ ਮੈਂ ਕਥਾ ਆਪ ਜੀ ਨੂੰ ਸੁਣਾ ਦਿੱਤੀ ਤੁਹਾਡੀ ਕਿਰਪਾ ਨਾਲ। ਤਲਵੰਡੀ ਮਹਿ ਰਹਿਓ ਬਹਾਰੀ, ਉਹ ਤਲਵੰਡੀ ਵਿੱਚ ਗੁਰੂ ਮਹਾਰਾਜ ਫਿਰ ਮੈਂ ਚਲਾ ਗਿਆ ਤੇ ਉੱਥੇ ਰਿਹਾ ਸਾਂ। ਧਿਆਨ ਕਰਾ ਬੰਦ ਤਿਹ ਖਾਰੀ, ਉਸ ਥਾਂ ਤੇ ਤਲਵੰਡੀ ਆਪਣੇ ਨਗਰ ਰਹਿ ਕੇ ਗੁਰੂ ਮਹਾਰਾਜ ਸਰੂਪ ਦਾ ਧਿਆਨ ਕਰਦਾ ਜਦੋਂ ਫਿਰ ਉੱਠਣ ਲੱਗਦਾ ਤੇ ਉੱਥੇ ਮੱਥਾ ਟੇਕ ਲੈਂਦਾ ਗੁਰੂ ਮਹਾਰਾਜ ਧਿਆਨ ਧਰ ਕੇ। ਜਬ ਮੈਂ ਸੁਨਿਆ ਦਤੀਆ ਕੀ ਦੇਖਾ, ਗੁਰੂ ਅੰਗਦ ਦੇਵ ਸਾਹਿਬ ਜੀ ਜਦੋਂ ਮੈਂ ਗੱਲ ਸੁਣੀ ਹੈ, ਜਦੋਂ ਮੈਂ ਕੰਨਾਂ ਵਿੱਚ ਸੁਣਿਆ ਕਿ ਗੁਰੂ ਨਾਨਕ ਸਾਹਿਬ ਜੀ ਨੇ ਜੋ ਦੂਸਰਾ ਆਪਣਾ ਸਰੂਪ ਕਿਹਾ ਸੀ ਧਾਰਨਾ, ਜਦੋਂ ਕਿ ਉਹ ਧਾਰਨਾ ਕਰ ਲਿਆ ਹੈ। ਦਰਸ ਹੇਤ ਕੀ ਚਾਹੇ ਵਿਸੇਖਾ, ਆਪ ਜੀ ਦੇ ਦਰਸ਼ਨ ਕਰਨ ਵਾਸਤੇ ਮੇਰੇ ਭਾਈ ਬਾਲਾ ਦੇ ਹਿਰਦੇ ਵਿੱਚ ਵਿਸ਼ੇਸ਼ ਹੀ ਬੜੀ ਚਾਹਨਾ ਇੱਛਾ ਹੋਈ ਵੀ ਦਰਸ਼ਨ ਕਰਾਂ ਜਾ ਕੇ। ਤਤ ਛਿਣ ਤੁਮਰੇ ਆਏ ਸਮੀਪਾ, ਬੜੀ ਛੇਤੀ ਨਾਲ ਹੀ ਗੁਰੂ ਮਹਾਰਾਜ ਮੈਂ ਸੌਂਦਿਆਂ ਤੁਹਾਡੇ ਪਾਸ ਖਡੂਰ ਸਾਹਿਬ ਆ ਗਿਆ। ਦਰਸੇ ਤੁਮ ਤੇ ਹਨ ਕੁਲ ਦੀਪਾ, ਤ੍ਰਿਣਾ ਦੇ ਕੁਲ ਦੇ ਪ੍ਰਕਾਸ਼ ਰੂਪ ਗੁਰੂ ਅੰਗਦ ਦੇਵ ਸਾਹਿਬ ਜੀ ਫਿਰ ਇੱਥੇ ਆ ਕੇ ਮੈਂ ਤੁਹਾਡੇ ਦਰਸ਼ਨ ਕੀਤੇ ਐ। ਸੋ ਸ੍ਰੀ ਨਾਨਕ ਹੋ ਤੁਮ ਉਹੀ, ਆਪ ਜੀ ਦੇ ਦਰਸ਼ਨ ਕਰਕੇ ਮੈਂ ਗੁਰੂ ਮਹਾਰਾਜ ਦੇਖ ਲਿਆ ਕਿ ਜੋ ਗੁਰੂ ਨਾਨਕ ਸਾਹਿਬ ਸਨ ਉਹੀ ਹੋ ਤੁਸੀਂ ਹੋ। ਤਾਂ ਤੇ ਅੰਗਦ ਭਇਓ ਤਤ ਸਿਓ ਤਤ ਮਿਲਾਇਓ, ਸ੍ਰੀ ਗੁਰੂ ਨਾਨਕ ਕਲਯੁਗ ਪਰਮਾਨ ਅੰਗਦ ਅਮਰ ਕਹਾਇਓ ਹੈ। ਪ੍ਰਤੀਤ ਅਤ ਸਾ ਦ੍ਰਿੜ ਮੋਹੀ, ਮੈਨੂੰ ਤੇ
ਜਿਹੜੀ ਪ੍ਰਤੀਤੀ ਭਰੋਸਾ ਹੈ ਹਿਰਦੇ ਵਿੱਚ ਪੱਕਾ ਹੀ ਗੁਰੂ ਮਹਾਰਾਜ ਹੋਇਆ ਵੀ ਆਪ ਗੁਰੂ ਨਾਨਕ ਸਾਹਿਬ ਗੁਰੂ ਅੰਗਦ ਦੇਵ ਜੀ ਇੱਕ ਹੀ ਹੋ ਜੀ। ਆਪਣੀ ਕਥਾ ਆਪ ਲਿਖਵਾਈ। ਗੁਰੂ ਮਹਾਰਾਜ ਇਹ ਜਿਹੜੀ ਕਥਾ ਸੁਣਾਈ ਕੋਈ ਮੈਂ ਥੋੜੀ ਸੁਣਾਈ ਹੈ, ਆਪਣੀ ਕਥਾ ਆਪ ਜੀ ਨੇ ਆਪ ਹੀ ਲਿਖਵਾ ਲਈ ਹੈ। ਦਾਸ ਜਾਨ ਮੁਝ ਦੀਨ ਵਡਾਈ। ਮੈਨੂੰ ਤੇ ਭਾਈ ਬਾਲੇ ਨੂੰ ਆਪਣਾ ਸੇਵਕ ਜਾਣ ਕੇ ਵਡਿਆਈ ਦਿੱਤੀ ਹੈ ਵੀ ਇਹ ਕਥਾ ਭਾਈ ਬਾਲੇ ਨੇ ਸੁਣਾਈ। ਗੁਰੂ ਮਹਾਰਾਜ ਮੈਂ ਕੀ ਸੁਣਾਉਣਾ, ਮੈਂ ਨਹੀਂ ਕੁਝ ਸੁਣਾਇਆ। ਸਭ ਵਿਦ ਅੰਤਰ ਜਾਮੀ ਜਾਨਹੁ। ਤੁਸੀਂ ਦੇ ਸਭ ਤਰ੍ਹਾਂ ਨਾਲ ਅੰਦਰ ਦੀਆਂ ਜਾਣਨ ਵਾਲੇ ਹੋ, ਅੰਤਰ ਜਾਮੀ ਹੋ ਜੀ। ਤੀਨ ਕਾਲ ਕੀ ਬਾਤ ਬਖਾਨਹੁ। ਗੁਰੂ ਅੰਗਦ ਦੇਵ ਸਾਹਿਬ ਜੀ ਆਪ ਗੁਰੂ ਨਾਨਕ ਸਾਹਿਬ ਸਰੂਪ ਹੀ ਹੋ ਤੇ ਤਿੰਨਾਂ ਸਮਿਆਂ ਦੀ ਗੱਲਬਾਤ ਆਪ ਜਾਣਦੇ ਕਹਿੰਦੇ ਹੋ ਵੀ ਭੂਤ 'ਚ ਕੀ ਹੋ ਰਿਹਾ ਹੈ, ਭਵਿੱਖ 'ਚ ਕੀ ਹੋਣਾ ਹੈ, ਵਰਤਮਾਨ ਹੁਣ ਕੀ ਹੋ ਰਿਹਾ ਹੈ, ਤਿੰਨਾਂ ਸਮਿਆਂ ਦੀ ਆਪ ਜੀ ਨੂੰ ਗਿਆਤ ਸਮਝ ਹੈ। ਸੁਣੀ ਕਥਾ ਸ੍ਰੀ ਅੰਗਦ ਜਬਹੀ। ਇਹ ਕਥਾ ਜਦੋਂ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਸਾਰੀ ਸੁਣੀ ਹੈ, ਹਰਖਤ ਔਰ ਮੁਖ ਬੋਲੇ ਤਬਹੀ। ਬੜੇ ਪ੍ਰਸੰਨ ਖੁਸ਼ ਹੋ ਕੇ ਗੁਰੂ ਮਹਾਰਾਜ ਮੁਖੋਂ ਫਿਰ ਬੋਲੇ ਐ। ਸੁਨ ਬਾਲੇ ਸ੍ਰੀ ਗੁਰ ਸਮਤਮ ਹੋ। ਕਹਿੰਦੇ ਭਾਈ ਬਾਲਾ ਸੁਣ, ਤੂੰ ਵੀ ਗੁਰੂ ਮਹਾਰਾਜ ਦੇ ਸਮਾਨ ਹੀ ਹੈ। ਇੱਥੇ ਕਈ ਅਰਥ ਕਰ ਲੈਂਦੇ ਵੀ ਐਵੇਂ ਵੀ ਕਰ ਲਈਦਾ ਵੀ ਗੁਰ ਪ੍ਰਿਯ ਤੁਮ ਹੀ, ਵੀ ਭਾਈ ਬਾਲਾ ਤੂੰ ਗੁਰੂ ਨਾਨਕ ਸਾਹਿਬ ਜੀ ਦਾ ਬਹੁਤ ਪਿਆਰਾ ਹੈ। ਇੱਥੇ ਹੁਣ ਕਵੀ ਜੀ ਨੇ ਗੁਰਸਮ ਲਿਖਿਆ ਹੈ ਕਿ ਤੂੰ ਭਾਈ ਬਾਲਾ ਗੁਰੂ ਦੇ ਸਮਾਨ ਹੀ ਹੈ। ਅਤੇ ਇਹਦੇ ਵਿੱਚ ਵੀ ਕੋਈ ਦੋ ਰਾਏ ਨਹੀਂ ਹੈ, ਭਾਵੇਂ ਕਿ ਭਾਈ ਵੀਰ ਸਿੰਘ ਥੱਲੇ ਟੂਕ ਦਿੱਤੀ ਹੈ ਵੀ ਇਵੇਂ ਨਹੀਂ ਹੋ ਸਕਦਾ। ਹੁਣ ਉਹਨਾਂ ਦੇ ਕਈ ਪ੍ਰਸੰਗ ਹੈਗੇ ਆ ਜਿੱਥੇ ਉਹਨਾਂ ਉੱਥੇ ਹੀ ਟੂਕਾਂ ਦਿੱਤੀਆਂ ਵੀ ਇਹ ਪ੍ਰਸੰਗ ਜਿਹੜੀ ਭਾਈ ਬਾਲੇ ਵਾਲੀ ਸਾਖੀ 'ਚ ਰਲੇ ਪਏ ਵੀ ਉੱਥੋਂ ਲਏ ਗਏ ਆ, ਇਹ ਫਲਾਣੇ ਥਾਂ ਨਹੀਂ ਹੈਗਾ, ਫਲਾਣੀ ਪੋਥੀ 'ਚ ਨਹੀਂ ਹੈਗਾ। ਪਰ ਉਹਦਾ ਮਤਲਬ ਇਹ ਨਹੀਂ ਵੀ ਉਹ ਪ੍ਰਸੰਗ ਹੋਏ ਨਹੀਂ ਹੈ। ਅੱਜ ਜਿਵੇਂ ਹੁਣ ਪਿੱਛੇ ਪ੍ਰਸੰਗ ਲੰਘਿਆ ਸਿੱਖਾਂ ਦਾ, ਜਿਵੇਂ ਗੁਰੂ ਜੀ ਨੂੰ ਸਿੱਖ ਨੇ ਕਿਹਾ ਵੀ ਮਹਾਰਾਜ ਮੈਂ ਬੈਰਾਗੀ ਤਿਆਗੀ ਬਣਾ ਤਿਆਗੀ ਗ੍ਰਹਿਸਥੀ ਬਣਾ ਕਿ ਜਾਂ ਸਿੱਖ ਬਣਾ, ਅਤੇ ਉਹਨਾਂ 'ਤੇ ਇਹ ਵੀ ਕਿਹਾ ਵੀ ਇੱਥੇ ਇਹ ਪ੍ਰਸੰਗ ਜਿਹੜਾ ਹੈ ਭਾਈ ਬਾਲੇ ਵਾਲੀ ਜਨਮ ਸਾਖੀ ਜੀ ਤੇ ਜਾਂ ਹੋਰ ਕਿਤੇ ਨਹੀਂ ਹੈਗਾ, ਅਤੇ ਇੱਥੇ ਲਿਖਿਆ ਲੱਗਦਾ ਵੀ ਇਹ ਅਖੇਪ ਗਈ ਹੈ। ਐਸਾ ਨਹੀਂ ਹੈ ਵੀ ਸਭ ਕੁਝ ਜੋ ਕਹਿ ਦਿੱਤਾ ਇੱਕ ਜਾਣੇ ਦਾ ਸਹੀ ਹੈ। ਇਹਦੇ ਆਪ ਆਪਣੀ ਬੁੱਧ ਹੈ ਜੇਤੀ ਵਰਨਤ ਭਿੰਨ ਭਿੰਨ ਤੋਂ ਹੀ ਤੇਤੀ। ਜਦੋਂ ਕਿ ਗੁਰੂ ਮਹਾਰਾਜ ਦੇ ਆਪ ਕਹਿੰਦੇ ਆ ਕਿ ਹਰ ਕਾ ਸੇਵਕ ਸੋ ਹਰਿ ਹੀ ਜੇਹਾ, ਇਸ ਹਰ ਜਨ ਦੁਈ ਏਕ ਹੈ ਬਿਬ ਵਿਚਾਰ ਕਛ ਨਾਹੇ, ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿ ਰਹੇ ਹੈ। ਫਿਰ ਉੱਥੇ ਜਦੋਂ ਗੁਰੂ ਆਪ ਹੀ ਇਹ ਵਡਿਆਈ ਦੇ ਦਿੰਦੇ ਆ, ਅਤੇ ਭਾਈ ਬਾਲਾ ਵਰਗਾ ਕੌਣ ਹੋ ਸਕਦਾ ਜਿਹੜੇ ਗੁਰੂ ਨਾਨਕ ਸਾਹਿਬ ਪਰਮੇਸ਼ਰ ਰੂਪ ਦੇ ਉਹਨਾਂ ਦੇ ਨਾਲ ਇੱਕ ਇੱਕ ਕਦਮ ਮਹਾਰਾਜ ਦੇ ਨਾਲ ਚੱਲੇ ਆ। ਕੋਈ ਫਰਕ ਨਹੀਂ ਹੈ। ਜੇ ਇੱਥੇ ਅਰਥ ਐਵੇਂ ਲੱਗ ਜਾਏ ਵੀ ਗੁਰੂ ਅੰਗਦ ਦੇਵ ਸਾਹਿਬ ਜੀ ਕਹਿੰਦੇ ਭਾਈ ਬਾਲਾ ਤੂੰ ਤੇ ਗੁਰੂ ਸਮਾਨ ਹੀ ਹੈ, ਅਤੇ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਹੈ, ਕੋਈ ਸ਼ੰਕਾ ਨਹੀਂ ਹੈ। ਗੁਰੂ ਅੰਗਦ ਦੇਵ ਮਹਾਰਾਜ ਕਹਿ ਸਕਦੇ, ਗੁਰੂ ਜੀ ਦੀ ਵੈਸੇ ਬੜੀ ਨਿਮਰਤਾ, ਕੋਈ ਥੋੜ੍ਹਾ ਕੰਮ ਕਰੇ ਉਹਨੂੰ ਕਹਿ ਦਿੰਦੇ ਭਾਈ ਤੂੰ ਤੇ ਸਾਡਾ ਰੂਪ ਹੀ ਹੈ। ਅਤੇ ਭਾਈ ਬਾਲਾ ਜੀ ਦੇ ਪ੍ਰਤੱਖ ਪਰਮੇਸ਼ਰ ਗੁਰੂ ਨਾਨਕ ਸਾਹਿਬ ਜੀ ਨਾਲ ਕਿੰਨਾ ਸਮਾਂ ਵਿਚਰੇ ਹੈ। ਉਹੀ ਜੋਤ ਗੁਰੂ ਅੰਗਦ ਦੇਵ ਸਾਹਿਬ ਜੀ ਵਿੱਚ ਸੁਭਾਏਮਾਨ ਹੈ। ਆਪ ਵਡਿਆਈ ਮਹਾਰਾਜ ਦਿੰਦੇ ਰਹੇ ਅਤੇ ਦਿੱਤੀ ਹੈ। ਇਵੇਂ ਅਰਥ ਇਵੇਂ ਵੀ ਜਿਵੇਂ ਲੱਗ ਸਕਦਾ ਹੈ ਵੀ ਸੁਣ ਬੋਲੇ ਸ੍ਰੀ ਗੁਰਸਮ ਤੁਮ ਹੀ ਭਾਈ ਬਾਲਾ ਤੂੰ ਤੇ ਵੀ ਗੁਰੂ ਸਮਾਨ ਹੀ ਹੈ। ਇੱਕ ਪਾਠ ਦੂਸਰਾ ਵੀ ਗੁਰ ਪ੍ਰਿਯ ਤੁਮ ਹੀ, ਸੁਣ ਭਾਈ ਬਾਲੇ ਤੂੰ ਤੇ ਗੁਰੂ ਨਾਨਕ ਸਾਹਿਬ ਜੀ ਦਾ ਬੜਾ ਪਿਆਰਾ ਹੈ। ਧੰਨ ਧੰਨ ਪੁਨ ਧੰਨ ਜਨਮ ਹੋ। ਭਾਈ ਬਾਲਾ ਤੂੰ ਤੇਰਾ ਤੇ ਜਨਮ ਧੰਨ ਹੈ, ਤੇਰੇ ਮਾਤਾ ਪਿਤਾ ਧੰਨ ਹੈ, ਤੂੰ ਧੰਨ ਹੈ। ਧੰਨ ਸੋ ਵੰਸ ਧੰਨ ਸੋ ਪਿਤਾ, ਧੰਨ ਸੋ ਮਾਤਾ ਜਿਨ ਜਨ ਜਾਣੇ। ਮਾਤਾ ਪਿਤਾ ਉਹ ਕੁੱਲ ਧੰਨ ਹੈ, ਸੰਧੂ ਗੋਤ ਜਿਨ੍ਹਾਂ ਨੇ ਤੈਨੂੰ ਵੀ ਜਨਮ ਦਿੱਤਾ ਹੈ। ਦੋਹਰਾ ਤੁਮਰੋ ਮੁਖ ਰਾਂਕਾ ਸਸੀ। ਭਾਈ ਬਾਲਾ ਤੇਰਾ ਜਿਹੜਾ ਮੁਖ ਹੈ ਪੂਰਨਮਾਸ਼ੀ ਦੇ ਚੰਦਰਮਾ ਸਮਾਨ ਹੈ। ਸਦਾ ਗਿਰੀ ਸਮ ਪਾਏ। ਪੂਰਨਮਾਸ਼ੀ ਦੇ ਚੰਦਰਮਾ ਵਰਗਾ ਤੇਰਾ ਮੁਖ ਹੈ। ਅਤੇ ਜਿਹੜੀ ਗੁਰੂ ਸਾਹਿਬ ਜੀ ਦੀ ਜਿਹੜੀ ਤੁਹਾਡੀ ਬਾਣੀ ਹੈ
ਭਾਈ ਬਾਲਾ ਜੀ ਉਹ ਅੰਮ੍ਰਿਤ ਸਰੂਪ ਹੈ, ਅੰਮ੍ਰਿਤ ਰੂਪ ਹੈ। ਸਿੱਖ ਬਿੰਦਾ ਰਖ ਪੀਵਹੀ। ਸਿੱਖਾਂ ਰੂਪੀ ਜਿਹੜੇ ਦੇਵਤੇ ਉਹ ਇਸ ਨੂੰ, ਇਸ ਜਿਹੜੀ ਬਾਣੀ ਕਥਾ ਨੂੰ ਪੀਣਗੇ, ਛਕਣਗੇ। ਨਿਤ ਬ੍ਰਤ ਨਹੀਂ ਅਗਾਏ। ਉਹ ਇਸ ਜਿਵੇਂ ਕੋਈ ਅੰਮ੍ਰਿਤ ਨੂੰ ਪੀਂਦਾ ਰਹੇ ਤਾਂ ਰੱਜਦਾ ਨਹੀਂ ਵੀ ਮੈਂ ਹੋਰ ਪੀ ਲਵਾਂ। ਅੰਮ੍ਰਿਤ ਦਾ ਸਵਾਦ ਹੀ ਐਸਾ ਹੁੰਦਾ ਹੈ, ਅੰਮ੍ਰਿਤ ਪੀਵੋ ਸਦਾ ਚਿਰ ਜੀਓ। ਭਾਈ ਬਾਲਾ ਜੀ ਤੁਹਾਡਾ ਮੁੱਖ ਕੀ ਹੈ? ਪੂਰਨਮਾਸ਼ੀ ਦਾ ਚੰਦਰਮਾ। ਅਤੇ ਜਿਵੇਂ ਚੰਦਰਮਾ ਦੀ ਕਿਰਨਾਂ ਵਿੱਚ ਅੰਮ੍ਰਿਤ ਝਲਦਾ ਹੈ, ਇਸੇ ਤਰ੍ਹਾਂ ਜਿਹੜੀ ਤੁਹਾਡੀ ਬਾਣੀ ਹੈ ਮੁੱਖ ਤੋਂ ਨਿਕਲਦੀ, ਉਹ ਅੰਮ੍ਰਿਤ ਰੂਪ ਹੈ। ਇਹ ਜਿਹੜੀ ਕਥਾ ਸਾਰੀ ਅੰਮ੍ਰਿਤ ਰੂਪ ਹੈ। ਸਿੱਖਾਂ ਰੂਪੀ ਜਿਹੜੇ ਦੇਵਤੇ ਇਸ ਨੂੰ ਛਕਣਗੇ, ਜੋ ਛਕ ਕੇ ਰੱਜਣਗੇ ਨਹੀਂ। ਚੌਪਈ ਇਸ ਕੀ ਮਹਿਮਾ ਕਹੀ ਨਾ ਜਾਏ। ਇਸ ਗੁਰੂ ਨਾਨਕ ਸਾਹਿਬ ਜੀ ਦੀ ਕਥਾ ਦਾ ਮਹਾਤਮ ਗੁਰੂ ਅੰਗਦ ਦੇਵ ਸਾਹਿਬ ਜੀ ਹੁਣ ਦੱਸ ਰਹੇ ਹੈ। ਕਹਿੰਦੇ ਕਿ ਭਾਈ ਬਾਲਾ ਇਹ ਜਿਹੜੀ ਤੂੰ ਕਥਾ ਸੁਣਾਈ ਨਾ ਗੁਰੂ ਨਾਨਕ ਸਾਹਿਬ ਜੀ, ਇਹਦੀ ਤੇ ਮਹਿਮਾ ਕਹੀ ਨਹੀਂ ਜਾ ਸਕਦੀ। ਸੁਨ ਕਾ ਚਾਰ ਪਦਾਰਥ ਪਾਏ। ਜਿਹੜੇ ਇਸ ਕਥਾ ਨੂੰ ਸੁਣਨਗੇ ਉਹਨਾਂ ਨੂੰ ਕੋਈ ਭੱਜਣ ਨੱਠਣ ਦੀ ਲੋੜ ਨਹੀਂ, ਕੋਈ ਯਤਨ ਕਰਨ ਦੀ ਲੋੜ ਨਹੀਂ। ਉਹ ਸੁਣ ਕੇ ਬੈਠੇ ਬਿਠਾਏ ਸੰਗਤ ਵਿੱਚ ਚਾਰ ਪਦਾਰਥ ਧਰਮ ਅਰਥ ਕਾਮ ਮੋਖ ਪਾ ਲੈਣਗੇ। ਨਹੀਂ ਅਲੱਭ ਵਸਤ ਹੈ ਕੋਈ। ਐਸੀ ਕੋਈ ਅਲੱਭ ਵਸਤੂ ਨਹੀਂ ਹੋਊਗੀ ਕਿ ਜਿਹੜੀ ਲੱਭ ਨਾ ਸਕੇ। ਗੁਰੂ ਨਾਨਕ ਸਾਹਿਬ ਜੀ ਦੀ ਕਥਾ ਵਿੱਚ ਐਸੀ ਮਹਾਨਤਾ, ਜਿਹੜਾ ਇਹ ਸੁਣੇਗਾ ਐਸੀ ਕੋਈ ਵਸਤੂ ਲੱਭ ਨਹੀਂ ਹੈਗੀ, ਨਾ ਲੱਭਣ ਵਾਲੀ ਜਿਹੜੀ ਪ੍ਰਾਪਤ ਨਹੀਂ ਹੋਏਗੀ। ਜਿਉ ਪਾਰਸ ਧਨ ਟੋਟ ਨਾ ਹੋਈ। ਜਿਵੇਂ ਕਿਸੇ ਕੋ ਪਾਰਸ ਦੀ ਵੱਟੀ ਹੋਵੇ, ਤੈਨੂੰ ਟੋਟਾ ਨਹੀਂ ਹੁੰਦਾ, ਘਾਟਾ ਨਹੀਂ ਹੁੰਦਾ। ਜਿਹੜੀ ਚੀਜ਼ ਨੂੰ ਚਾਹੇ ਸੋਨਾ ਬਣਾ ਲੈਂਦਾ ਝਟਪਟ। ਪਰ ਉਪਕਾਰ ਕੀਓ ਜਗ ਪਰ ਤੁਮ। ਭਾਈ ਬਾਲਾ ਤੁਸਾਂ ਨੇ ਤੇ ਸੰਸਾਰ ਦੇ ਵਿੱਚ ਬਹੁਤ ਵੱਡਾ ਹੀ ਪਰਉਪਕਾਰ ਕੀਤਾ, ਕਿਉਂਕਿ ਪਰਉਪਕਾਰੀ ਗੁਰੂ ਪਿਆਰੇ ਹੁੰਦੀ ਹੈ। ਮਹਿਮਾ ਪਰ ਨਾ ਕੋਈ ਸਕੇ ਸਮ। ਜਿਹੜੇ ਰੱਬ ਦੇ ਪਿਆਰੇ ਹੁੰਦੇ, ਜਨਮ ਮਰਨ ਦੋਹੂ ਮੈਂ ਨਾਹੀ, ਜਨ ਪਰਉਪਕਾਰੀ ਆਏ। ਜੀਅ ਦਾਨ ਦੇ ਭਗਤੀ ਲਾਇਨ ਹਰਸੋ ਲੈਣ ਮਿਲਾਏ। ਇਹ ਭਾਈ ਬਾਲਾ ਤੁਸੀਂ ਪਰਉਪਕਾਰੀ ਆਏ ਹੋਏ ਹੋ, ਅਤੇ ਜੋ ਗੁਰੂ ਸਾਹਿਬ ਜੀ ਦੀ ਕਥਾ ਤੁਸਾਂ ਨੇ ਆਪਣੇ ਮੁਖ ਤੋਂ ਉਚਾਰਨ ਕੀਤੀ ਹੈ, ਇਹ ਕਥਾ ਦੀ ਮਹਿਮਾ ਦੇ ਬਰਾਬਰ ਹੋਰ ਤੇ ਕੋਈ ਮਹਿਮਾ ਹੈ ਹੀ ਨਹੀਂ ਹੈ। ਸਭ ਤੋਂ ਉਤਮ ਹਰ ਕੀ ਕਥਾ ਹੀ ਹੈ। ਸੁਨ ਹੈ ਪੜ ਹੈ ਹਿਤ ਕਰ ਪੁਨ ਸੁਨ ਹੈ। ਸਾਡਾ ਬਚਨ ਹੈ ਵੀ ਜਿਹੜੇ ਇਸ ਕਥਾ ਗੁਰੂ ਨਾਨਕ ਸਾਹਿਬ ਜੀ ਦੀ ਕਥਾ ਨੂੰ ਸੁਣਨਗੇ, ਪ੍ਰੇਮ ਨਾਲ ਪੜ੍ਹਨਗੇ, ਹਿਤ ਕਰ ਪੁਨ ਸੁਨ ਹੈ। ਫਿਰ ਬੜੇ ਪ੍ਰੇਮ ਨਾਲ ਸਰੋਤੇ ਬਣ ਕੇ ਸੰਗਤ ਰੂਪ ਵਿੱਚ ਸੁਣਨਗੇ, ਧਿਆਨ ਦੇ ਕੇ। ਪ੍ਰੀਤ ਕਰਹਿ ਸ੍ਰੀ ਗੁਰ ਗੁਣ ਖਾ। ਪ੍ਰੀਤ ਕਰਹਿ ਸ੍ਰੀ ਗੁਰ ਗੁਣ ਗੁਣ ਹੈ। ਗੁਰੂ ਮਹਾਰਾਜ ਜੀ ਦੇ ਸਮੂਹ ਗੁਣਾਂ ਦੀ ਵਿਚਾਰ ਕਰਨਗੇ ਤੇ ਬੜੀ ਪ੍ਰੀਤੀ ਪ੍ਰੇਮ ਕਰਨਗੇ ਇਸ ਕਥਾ ਨੂੰ ਸੁਣ ਕੇ। ਕਲਖ ਬਿਪੁਲ ਬਿਕਲਾਹੇ ਬਰਾਹੀ। ਉਹਨਾਂ ਦੇ ਜਿਹੜੇ ਜਨਮਾਂ ਦੇ ਪਾਪ ਹੈ, ਉਹ ਵਿਆਕਲ ਹੋ ਕੇ ਘਬਰਾ ਕੇ ਸਾਰੇ ਪਾਪ ਭੱਜ ਜਾਣਗੇ, ਨੱਸ ਜਾਣਗੇ। ਨਿਸ਼ਚਾ ਧਰੇ ਸਾਤ ਹੋਇ ਆਹੀ। ਜਿਹੜੇ ਇਸ ਕਥਾ ਨੂੰ ਸੁਣ ਕੇ ਨਿਸ਼ਚਾ ਧਰਨਗੇ, ਯਕੀਨ ਭਰੋਸਾ ਕਰਨਗੇ। ਕਿਉਂਕਿ ਕਈ ਹਜੇ ਬੈਠੇ ਹੁੰਦੇ ਨਾ, ਲੈ ਨਹੀਂ ਇਹ ਜੀ ਇਹ ਝੂਠ ਐਵੇਂ ਕਿਵੇਂ ਹੋ ਜੂਗਾ, ਇਹ ਮਹਾਰਾਜ ਦੇ ਕੋਈ ਕਰਾਮਾਤ ਨਹੀਂ ਵਿਖਾਈ, ਜਿਵੇਂ ਮਿਸ਼ਨਰੀ ਵੀਰ ਸਾਰੇ ਤਕਰੀਬਨ ਹੀ ਕਹਿੰਦੇ। ਨਹੀਂ ਜੀ, ਗੁਰੂ ਜੀ ਨੇ ਕਰਾਮਾਤ ਨੂੰ ਕਹਿਰ ਦਾ ਨਾਮ ਕਿਹਾ ਹੈ, ਅਤੇ ਐਸਾ ਥੋੜ੍ਹੀ ਹੈ ਵੀ ਮਹਾਰਾਜ ਜੀ ਨੂੰ ਹੁਣ ਕੋਈ ਕੁਝ ਵੀ ਬੋਲੇ ਅਤੇ ਗੁਰੂ ਜੀ ਕੁਝ ਕਹਿਣ ਹੀ ਨਾ। ਜਿਵੇਂ ਹੁਣ ਜਦੋਂ ਲੱਖਾਂ ਪਤਾਲ ਆਕਾਸ਼ ਦਿਖਾਏ ਹੈ ਤਾਂ ਉਹ ਸ਼ਕਤੀ ਨਹੀਂ ਅਤੇ ਹੋਰ ਕੀ ਹੈ। ਕੌਡੇ ਰਾਖਸ਼ ਦਾ ਕੜਾਇਆ ਠੰਡਾ ਪਾ ਤਾ, ਉਹ ਸ਼ਕਤੀ ਨਹੀਂ ਅਤੇ ਹੋਰ ਕੀ ਹੈ। ਜਦੋਂ ਗੁਰੂ ਮਹਾਰਾਜ ਨੇ ਉਹ ਪੱਥਰ ਸੁੱਟਿਆ ਹੈ ਉਹ ਪੀਰ ਨੇ, ਅਤੇ ਗੁਰੂ ਸਾਹਿਬ ਜੀ ਨੇ ਪੰਜਾ ਹੀ ਛਪਾ ਦਿੱਤਾ, ਇਹ ਸ਼ਕਤੀ ਨਹੀਂ ਅਤੇ ਹੋਰ ਕੀ ਹੈ। 9 ਖੰਡਾਂ ਦੇ ਜਦੋਂ ਯਾਤਰਾ ਕੀਤੀ ਹੈ, ਸਮੁੰਦਰ ਮਾਰੇ ਖਿੰਨ ਮਾਤਰ ਹੀ ਟੱਪ ਜਾਂਦੇ ਰਹੇ, 2-2 ਲੱਖ ਯੋਜਨ ਸਮੁੰਦਰ ਚੌੜੇ, ਉਹ ਸ਼ਕਤੀ ਨਹੀਂ ਅਤੇ ਹੋਰ ਕੀ ਹੈ। ਅੱਖ ਦੇ ਝਮੱਕੇ ਮਾਤਰ 'ਚ ਕਾਬੇ ਮੰਦਰ ਤੋਂ ਗੁਰੂ ਸਾਹਿਬ ਜੀ ਸੁਲਤਾਨਪੁਰ ਆ ਜਾਂਦੇ, ਉਹ ਸ਼ਕਤੀ ਨਹੀਂ ਅਤੇ ਹੋਰ ਕੀ ਹੈ। ਐਵੇਂ ਉਹ ਲੋਕਾਂ ਦੀ ਨਾ ਮੱਤ 'ਤੇ ਪੜਦਾ ਪਿਆ ਇਤਿਹਾਸ, ਉਹ ਕਦੇ ਕਥਾ ਵੀ ਕਰ ਲੈਂਦੇ ਆ, ਪਤਾ ਕੱਖ ਨਹੀਂ ਫਿਰ ਲੱਗਦਾ।
ਵੀ ਗੁਰੂ ਜੀ ਇਹ ਸ਼ਕਤੀ ਨਹੀਂ ਤੇ ਹੋਰ ਕੀ ਹੈ। ਅਨੰਤ ਕਲਾ ਲੈ ਠਾਕੁਰ ਚੜਿਆ, ਹੋਰ ਕੀ ਭਰਮ ਪਿਆ। ਇੱਥੇ ਕਥਾ ਲਿਖਿਆ ਤੇ ਹੈ ਗੁਰੂ ਮਹਾਰਾਜ ਸਰੂਪ ਦੇ ਵਿੱਚ ਹੀ। ਐਵੇਂ ਉਹਨਾਂ ਲੋਕਾਂ ਨੇ ਆਪਣਾ ਹੀ ਬਸ ਰੱਖਿਆ ਹੋਇਆ ਵੀ ਗੁਰੂ 'ਚ ਕੋਈ ਸ਼ਕਤੀ ਨਹੀਂ ਹੈਗੀ, ਸਾਡੇ ਵਾਂਗ ਹੀ ਸਨ। ਅਤੇ ਉਹਨਾਂ ਨੇ ਤਾਂ ਫਿਰ ਤੁਰ ਕੇ ਜੀ ਪ੍ਰਚਾਰ ਕੀਤਾ। ਪ੍ਰਚਾਰ ਕਰਕੇ ਤੇ ਗੁਰੂ ਜੀ ਨੇ ਜਨਮ ਸਫਲਾ ਕੀਤਾ ਅਤੇ ਚਲੇ ਗਏ। ਇਹੋ ਜਿਹੇ ਲੋਕ ਮਤਲਬ ਭਰੋਸਾ ਨਹੀਂ ਹੈ। ਗੁਰੂ ਮਹਾਰਾਜ ਤਾਂ ਹੀ ਕਹਿ ਰਹੇ ਵੀ ਨਿਸ਼ਚਾ ਧਰੇ। ਜਿਹੜੇ ਯਕੀਨ ਧਰਨਗੇ, ਇਸ ਕਥਾ ਨੂੰ ਸੁਣ ਕੇ ਭਰੋਸਾ ਧਾਰਨਗੇ ਵੀ ਜੋ ਕਥਾ ਵਿੱਚ ਆ ਬਿਲਕੁਲ ਸੱਚ ਹੀ ਹੈ। ਨਿੰਦਕਾਂ ਨੇ ਤਾਂ ਚਲੋ ਨਹੀਂ ਧਰਨਾ। ਜਿਹੜੇ ਕੋਈ ਸਿੱਖ ਖਵਾਉਂਦੇ ਆ, ਪਗੜੀਆਂ ਬੰਨ੍ਹ ਕੇ, ਬਾਣੇ ਪਾ ਕੇ, ਗਾਤਰੇ ਪਾ ਕੇ, ਦਾੜੇ ਰੱਖ ਕੇ, ਕਥਾ ਕਰਨ ਵਾਲੇ ਹੋ ਕੇ, ਉਹ ਤਾਂ ਧਰਨ। ਬਹੁਤ ਕਥਾ ਕਰ ਕਰਕੇ ਇੱਥੇ ਜੀ ਆਹ ਬ੍ਰਾਹਮਣਵਾਦ ਦਾ ਪ੍ਰਸੰਗ ਹੈ, ਆਹ ਤੇ ਜੀ ਰਾਮ ਜੀ ਦਾ ਆ ਗਿਆ ਅਤੇ ਕ੍ਰਿਸ਼ਨ ਜੀ ਦਾ ਆ ਗਿਆ। ਇਹ ਪ੍ਰਸੰਗ ਐਸਾ ਹੈ ਵੈਸਾ ਹੈ। ਕਈ ਗੁਰਬਾਣੀ ਦੇ ਵਿੱਚੋਂ ਸਿਧਾਂਤ ਦੇ ਨਾਲ ਹੀ ਆਉਂਦੇ ਆ ਕਿ ਰੋਵੇ ਰਾਮ ਜਨ ਕਿ ਰੋਵੇ ਰਾਮ ਨਿਕਾਲਾ ਭਇਆ। ਹੁਣ ਉਹਨਾਂ ਦੀ ਕਥਾ ਹੀ ਕਹਿ ਦਈਏ ਜੀ ਬ੍ਰਾਹਮਣਵਾਦ ਹੈ, ਅਤੇ ਫਿਰ ਸਾਡੀ ਕਿੱਥੋਂ ਦੀ ਸਿਆਣਪ ਹੈ। ਜਦੋਂ ਆਉਂਦਾ ਵੀ ਰਾਮ ਚੰਦ ਮਾਰਿਓ ਇਹ ਰਾਵਣ, ਭੇਦ ਭੀਖਣ ਗੁਰਮੁਖ ਪਰਚਾਇਣ, ਉਹ ਪ੍ਰਸੰਗ ਵਿਸਥਾਰ ਨਾਲ ਆ ਜਾਂਦੇ। ਉਹਦਾ ਖੋਲ੍ਹ ਕੇ ਜਦੋਂ ਦੱਸਿਆ ਜਾਂਦਾ ਕਹਿੰਦੇ ਵੀ ਇਹਦੇ ਰਮਾਇਣ ਖੋਲ੍ਹ ਦਿੱਤੀ ਹੈ। ਇਵੇਂ ਯਕੀਨ ਨਹੀਂ ਹੈ। ਗੁਰੂ ਮਹਾਰਾਜ ਕਹਿੰਦੇ ਜਿਹੜੇ ਨਿਸ਼ਚਾ ਧਰਨਗੇ ਇਸ ਕਥਾ ਨੂੰ ਸੁਣ ਕੇ, ਉਹਨਾਂ ਨੂੰ ਸ਼ਾਂਤੀ ਹੋ ਆਏਗੀ, ਸ਼ਾਂਤ ਹੋ ਜਾਣਗੇ, ਭਗਤੀ ਵਾਲੇ ਹੋ ਜਾਣਗੇ। ਸ੍ਰੀ ਨਾਨਕ ਪਦ ਪੰਕਜ ਮਾਹੀ। ਤੇ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਚਰਨ ਕਮਲਾਂ ਵਿੱਚ ਸਰਦਾ ਵਧੈ ਮੁਕਤ ਫਲ ਤਾਹੀ। ਸ਼ਰਧਾ ਬੜੀ ਹਿਰਦੇ ਦੀ ਵਧੇਗੀ, ਇੰਨੀ ਸ਼ਰਧਾ ਵੱਧ ਜਾਏਗੀ ਵੀ ਗੁਰੂ ਨਾਨਕ ਸਾਹਿਬ ਜੀ ਸਮਰੱਥ ਗੁਰੂ, ਸਭ ਤੇ ਵੱਡਾ ਸਤਿਗੁਰ ਨਾਨਕ, ਜਿਨ ਕਲ ਰਾਖੀ ਮੇਰੀ ਗੁਰੂ ਨਾਨਕ, ਨਾਨਕ ਹਰਿ ਸੋਏ। ਸ਼ਰਧਾ ਵੱਧ ਆਏਗੀ ਵੀ ਗੁਰੂ ਨਾਨਕ ਸਾਹਿਬ ਦੇ ਪਰਮੇਸ਼ਰ ਰੂਪ ਹੈ ਅਤੇ ਮੁਕਤ ਫਲ ਤਾਂ ਹੀ। ਉਹਨਾਂ ਨੂੰ ਸੁੱਤੇ ਸਿੱਧੀ ਮੁਕਤੀ ਦਾ ਫਲ ਪ੍ਰਾਪਤ ਹੋ ਜਾਏਗਾ, ਕੇਵਲ ਮੁਕਤੀ ਪ੍ਰਾਪਤ ਹੋ ਜਾਏਗੀ। ਪੁਨ ਬਾਲੇ ਬੰਦੇ ਦਾ ਹੱਥ। ਇਹ ਗੁਰੂ ਸਾਹਿਬ ਜੀ ਨੇ ਜਦੋਂ ਸ੍ਰੀ ਗੁਰੂ ਨਾਨਕ ਪ੍ਰਕਾਸ਼ ਕਥਾ ਦਾ ਮਹਾਤਮ ਦੱਸਿਆ, ਭਾਈ ਬਾਲਾ ਜੀ ਬੈਠੇ ਸਨ, ਇਹ ਨਾਲ ਇਹਨਾਂ ਦੀ ਵਡਿਆਈ ਮਹਾਰਾਜ ਕਰ ਰਹੇ ਸੀ। ਸੰਗਤ ਦੇ ਵਿੱਚ ਹੋਰ ਗੁਰੂ ਅਮਰਦਾਸ ਮਹਾਰਾਜ ਜੀ ਬੈਠੇ ਸਨ। ਉਸ ਵੇਲੇ ਗੁਰੂ ਨਹੀਂ ਸੀ ਜਿਹੜੇ ਸੁਭਾਇਮਾਨ ਹੋਏ, ਗੁਰਤਾ 'ਤੇ ਨਹੀਂ ਸੀ ਵਿਰਾਜਮਾਨ। ਹੋਰ ਭਾਈ ਪੈੜਾ ਮੁਖਾਣੀ ਲਿਖ ਰਹੇ ਸਨ। ਹੋਰ ਗੁਰੂ ਦੀਆਂ ਸੰਗਤਾਂ ਇਹ ਕਥਾ ਸੁਣ ਰਹੀਆਂ ਸੀ। ਨਾਨਕ ਪ੍ਰਕਾਸ਼ ਦੀ ਕਥਾ ਦਾ ਜਦੋਂ ਮਹਾਤਮ ਦੱਸਿਆ, ਫਿਰ ਭਾਈ ਬਾਲਾ ਜੀ ਨੇ ਉਸ ਵੇਲੇ ਦੋਵੇਂ ਹੱਥ ਜੋੜੇ। ਬੋਲਿਓ ਬਚਨ ਸੁਨਹੁ ਮਮ ਨਾਥਾ। ਭਾਈ ਬਾਲਾ ਬਚਨ ਬੋਲਿਆ, ਮੇਰੇ ਨਾਥ, ਮੇਰੇ ਮਾਲਕ ਗੁਰੂ ਅੰਗਦ ਦੇਵ ਸਾਹਿਬ ਜੀ ਸੁਣੋ ਬਚਨ। ਭਇਓ ਹਦੂਰ ਜਿਤੋ ਇਤਿਹਾਸਾ। ਜਿੰਦਾ ਮੇਰੇ ਸਾਹਮਣੇ ਗੁਰੂ ਨਾਨਕ ਸਾਹਿਬ ਜੀ ਦਾ ਇਤਿਹਾਸ ਹੋਇਆ ਹੈ ਜੀ, ਸੋ ਵਰਣਨ ਕੀਨੋ ਤੁਧ ਪਾਸਾ। ਉਹ ਸਾਰਾ ਹੀ ਗੁਰੂ ਅੰਗਦ ਦੇਵ ਸਾਹਿਬ ਜੀ ਤੁਹਾਡੀ ਹਜ਼ੂਰੀ ਵਿੱਚ ਮੈਂ ਕਥਨ ਕਰ ਦਿੱਤਾ, ਤੁਹਾਨੂੰ ਸੁਣਾ ਦਿੱਤਾ ਹੈ। ਇਸ ਆਗੇ ਸੁਧ ਮੋਹਿ ਨਾ ਕੋ। ਇਸ ਦੇ ਅੱਗੇ ਜਿਹੜੀ ਖਬਰ ਹੈ ਗਿਆਤ ਮੈਨੂੰ ਕੋਈ ਹੈ ਨਹੀਂ ਵੀ ਅਗਲੇ ਪ੍ਰਸੰਗ ਕਿਵੇਂ ਹੋਏ ਹੈ। ਰਾਵਰ ਸਰਬ ਜਾਨ ਹੋ ਸੋ। ਆਪ ਜੀ ਹੀ ਗੁਰੂ ਨਾਨਕ ਸਾਹਿਬ ਸੀ, ਆਪ ਹੀ ਗੁਰੂ ਅੰਗਦ ਦੇਵ ਜੀ ਹੁਣ ਬਣੇ ਹੋਏ ਹੋ। ਆਪ ਜੀ ਨੂੰ ਸਾਰੀ ਗੁਰੂ ਮਹਾਰਾਜ ਜਾਣਕਾਰੀ ਹੈ, ਆਪ ਸਭ ਜਾਣਦੇ ਹੋ ਜੀ। ਜਰਾ ਗ੍ਰਸੀ ਅਬ ਕਾਇਆ ਮੇਰੀ। ਜਿਹੜੀ ਕਾਇਆ ਇਹ ਦੇਹ ਹੈ ਗੁਰੂ ਸਾਹਿਬ ਜੀ, ਪੰਜ ਭੂਤਕ, ਇਹ ਵਡੇਪੇ ਵਿੱਚ ਹੁਣ ਗ੍ਰਸੀ ਗਈ ਹੈ, ਵਡੇਪਾ ਆ ਗਿਆ ਹੈ। ਲਖੋ ਆਰ ਬਲ ਭਈ ਵਡੇਰੀ। ਜਿਹੜੀ ਮੇਰੀ ਆਰਬਲ ਉਮਰ ਹੈ ਉਹ ਵੀ ਵੱਡੀ ਹੋ ਗਈ ਹੈ ਜੀ। ਇਹ ਅਬ ਛੁਟ ਹੈ ਬਚਨ ਨਿਜ ਕਰੀਏ। ਇਹ ਹੁਣ ਜਿਹੜੀ ਵੱਡੀ ਦੇਹ ਹੋ ਗਈ ਬਜ਼ੁਰਗ, ਸਤਿਗੁਰੂ ਜੀ ਆਪਣਾ ਬਚਨ ਕਰੀ ਵੀ ਛੁੱਟ ਜਾਏ। ਜਗ ਸਾਗਰ ਤੇ ਮੋਹਿ ਉਧਰੀਏ। ਸੰਸਾਰ ਸਮੁੰਦਰ ਤੋਂ ਮੇਰਾ ਪਾਰ ਉਤਾਰਾ ਕਰੀਏ, ਤਾਰੀਏ ਜੀ। ਸ੍ਰੀ ਅੰਗਦ ਸੁਨ ਕੈ ਮੁਸਕਾਨੇ। ਉਸ ਵੇਲੇ ਗੁਰੂ ਅੰਗਦ ਦੇਵ ਮਹਾਰਾਜ ਜੀ ਭਾਈ ਬਾਲਾ ਜੀ ਤੋਂ ਸੁਣ ਕੇ ਮੁਸਕਰਾਏ। ਕਿਉਂ ਅਸ ਆਪ ਉਤਾਇਲ ਠਾਨੇ। ਭਾਈ ਬਾਲਾ ਸਾਡੇ ਪਿਆਰੇ ਸਿੱਖ, ਵੀ ਕਿਉਂ ਤੂੰ ਇਸ ਤਰ੍ਹਾਂ
ਕਾਹਲੀ ਜਿਹੜੀ ਧਾਰਨ ਕੀਤੀ ਹੋਈ ਸਰੀਰ ਛੱਡਣ ਦੀ, ਵੀ ਕਿਉਂ ਕਾਹਲਾ ਹੈ ਜਾਣ ਨੂੰ। ਅਬਦ ਮਾਸ ਬੈਸ ਹੈ ਤੇਰੀ। ਹੁਣ ਜਿਹੜੀ ਨਾ ਤੁਹਾਡੀ ਇਸ ਦੇਹ ਦੀ ਉਮਰ 2 ਮਹੀਨੇ ਹੋਰ ਹੈਗੀ ਹੈ। ਪੁਨ ਸਰੀਰ ਹੈ ਭਸਮ ਸੋ ਢੇਰੀ। ਫਿਰ ਤੁਹਾਡਾ ਸਰੀਰ ਜਿਹੜਾ ਭਸਮ ਦੀ ਢੇਰੀ ਹੋ ਜਾਏਗਾ 2 ਮਹੀਨੇ ਬਾਅਦ। ਤਬ ਲਗ ਹਮ ਟਿਕ ਰਹੋ ਹਿਤ ਸਾਥਾ। ਭਾਈ ਬਾਲਾ ਜੀ ਇੱਥੇ ਤਲਵੰਡੀ ਹੁਣ ਜਾ ਕੇ ਤੁਸਾਂ ਨੇ ਕੀ ਕਰਨਾ, ਉੱਥੇ ਕੀ ਕਰਕੇ ਰਹਿਣਾ ਹੈ। ਆਪ ਜੀ ਇੱਥੇ ਤਦੋਂ ਤੱਕ ਸਰੀਰ ਛੱਡਣ ਤੱਕ ਬੜੇ ਪ੍ਰੇਮ ਨਾਲ ਸਾਡੇ ਕੋਲ ਖਡੂਰ ਸਾਹਿਬ ਹੀ ਰਹੋ। ਪਰ ਚਾਹ ਸੁਨਹਾ ਕਰਹੁ ਗੁਰ ਗਾਥਾ। ਗੁਰੂ ਨਾਨਕ ਸਾਹਿਬ ਜੀ ਦੀ ਜਿਹੜੀ ਕਥਾ ਹੈ, ਗਾਥਾ ਹੈ, ਉਹ ਤੁਸੀਂ ਨਾਲੇ ਕਰਿਆ ਕਰੋ, ਸਾਨੂੰ ਸੁਣਾਇਆ ਕਰੋ, ਨਾਲੇ ਸੁਣਿਆ ਕਰੋ, ਇਹਦੇ ਵਿੱਚ ਹੀ ਪਰਚੇ ਰਹੋ। ਸਨ ਕਾ ਹਰਖਤ ਹੈ ਕਰ ਬਾਲਾ। ਸਤਿਗੁਰ ਜੀ ਤੋਂ ਸੁਣ ਕੇ ਭਾਈ ਬਾਲਾ ਬੜਾ ਖੁਸ਼ ਪ੍ਰਸੰਨ ਹੋ ਕਰਕੇ ਰਹਿਓ ਸਮੀਪ ਸੁਖਦ ਤਿਹ ਕਾਲਾ। ਸੁੱਖਾਂ ਦੇ ਦਾਤੇ ਸਤਿਗੁਰ ਜੀ ਕੋਲ ਹੀ ਰਿਹਾ ਹੈ ਉਸ ਵੇਲੇ ਬਚਨ ਮੰਨ ਕੇ। ਕਹ ਸੁਨ ਗੁਰ ਕੇ ਗੁਣ ਔਰੀ। ਗੁਰੂ ਮਹਾਰਾਜ ਜੀ ਦੇ ਜਿਹੜੇ ਹੋਰ ਕੋਈ ਗੁਣ ਹੈ ਨਾ, ਜਿੰਨੇ ਕੋਈ ਯਾਦ ਆਉਂਦੇ ਹੋ, ਨਾਲੇ ਕਹਿੰਦੇ ਐ ਨਾਲੇ ਸੁਣਦੇ ਐ। ਦੋਏ ਮਾਸ ਜਬ ਬਿਤੇ ਬਹੋਰੀ। 2 ਮਹੀਨੇ ਜਦੋਂ ਭਾਈ ਬਾਲਾ ਜੀ ਦੇ ਬੀਤ ਗਏ, ਲੰਘ ਗਏ ਐ। ਪ੍ਰਲਬਧ ਭੋਗੀ ਨਿਜ ਜਬ ਹੀ। ਪ੍ਰਲਬਧ ਸਰੀਰ ਦੀ ਜਿਹੜੀ ਕਿਸਮਤ, ਜਿੰਨਾ ਸਮਾਂ ਸੀ 2 ਮਹੀਨੇ ਦਾ ਰਹਿ ਗਿਆ, ਜਦੋਂ ਪ੍ਰਲਬਧ ਸਰੀਰ ਕਰਕੇ ਆਪਣੀ ਭੋਗੀ ਐ। ਆਇਓ ਸਮਾ ਤਨ ਬਿਨ ਸਨ ਤਬ ਹੀ। ਤਦੋਂ ਜਿਹੜਾ ਸਰੀਰ ਦਾ ਨਾਸ ਹੋਣ ਦਾ ਸਮਾਂ ਆ ਗਿਆ। ਸ੍ਰੀ ਅੰਗਦ ਕੋ ਕਰ ਕੈ ਬੰਧਨ। ਭਾਈ ਬਾਲਾ ਜੀ ਵੀ ਸਰੀਰ ਹੁਣ ਜਿਹੜਾ ਇਹ ਨਾਸ ਹੋ ਜਾਣਾ, ਜੋ ਉਪਜਿਓ ਸੋ ਬਿਨਸ ਹੈ, ਪਰ ਉਹ ਅੱਜ ਕਹਿ ਕਾਲ ਵੀ ਸਰੀਰ ਹੁਣ ਨਾਸ ਹੋ ਜਾਣਾ ਸਮਾਂ ਆ ਗਿਆ ਹੈ। ਇਹ ਵਿਚਾਰ ਕੇ ਗੁਰੂ ਅੰਗਦ ਦੇਵ ਸਾਹਿਬ ਜੀ ਦੇ ਚਰਨਾਂ ਤੇ ਮੱਥਾ ਟੇਕ ਕਰਕੇ ਬਹੁਰ ਧਿਆਨ ਧਰ ਦੋਖ ਨਿਕੰਦਨ। ਜੋ ਦੁੱਖਾਂ ਨੂੰ ਕੱਟਣ ਵਾਲੇ ਗੁਰੂ ਨਾਨਕ ਸਾਹਿਬ ਜੀ, ਉਹਨਾਂ ਸਤਿਗੁਰਾਂ ਦਾ ਆਪਣੇ ਹਿਰਦੇ ਵਿੱਚ ਅੰਤਰਮੁਖ ਬਿਰਤੀ ਨਾਲ ਧਿਆਨ ਧਰ ਕੇ ਧਰਨੀ ਕੋ ਪਨੀਤ ਕਰਵਾਏ। ਪਹਿਲਾਂ ਜਿਸ ਧਰਤੀ ਤੇ ਬਿਰਾਜਣਾ, ਉਹ ਧਰਤੀ ਨੂੰ ਪਵਿੱਤਰ ਕਰਵਾਇਆ, ਸੋਹਣਾ ਪੋਚਾ ਆਦਿਕ ਫਰਵਾਇਆ ਹੈ। ਪੌੜਿਓ ਸ੍ਰੀ ਨਾਨਕ ਔਰ ਧਿਆਏ। ਸ੍ਰੀ ਗੁਰੂ ਨਾਨਕ ਸਾਹਿਬ ਜੀ ਨੂੰ ਹਿਰਦੇ ਵਿੱਚ ਧਿਆਨ, ਗੁਰੂ ਨਾਨਕ ਸਾਹਿਬ ਜੀ ਦਾ ਹਿਰਦੇ ਵਿੱਚ ਧਿਆਨ ਧਰ ਕੇ ਭਾਈ ਬਾਲਾ ਜੀ ਜਿਹੜੇ ਉਸ ਜਿਹੜੀ ਧਰਤੀ ਨੂੰ ਬਣਾਇਆ ਸਵਾਰਿਆ, ਉਹਦੇ ਉੱਪਰ ਲੇਟ ਗਏ ਹੈ। ਤਨਕ ਬਿਖਾ ਨਿਜ ਤਨ ਕੋ ਤਿਆਗੀ। ਕਹਿੰਦੇ ਵੀ ਸਰੀਰ ਜਿਹੜਾ ਨਾ ਆਪਣਾ ਭਾਈ ਬਾਲਾ ਜੀ ਨੇ ਤਨਕ ਖਿੰਡ ਮਾਤਰ ਜੀ ਥੋੜ੍ਹੇ ਸਮੇਂ ਵਿੱਚ ਹੀ ਜਿਹੜਾ ਛੱਡ ਦਿੱਤਾ ਹੈ। ਜਿਵੇਂ ਹਾਥੀ ਦੇ ਗਲ ਵਿੱਚ ਖੁੱਲ੍ਹੀ ਮਾਲਾ ਪਾਈ ਹੋਵੇ ਤੇ ਹਾਥੀ ਬੜੀ ਸੌਖੀ ਲਾ ਕੇ ਥੱਲੇ ਸੁੱਟ ਦਿੰਦਾ ਹੈ, ਇਵੇਂ ਜੀਵ ਆਤਮਾ ਜੋ ਭਾਈ ਬਾਲਾ ਜੀ ਦਾ ਹੈ, ਉਹਨੇ ਸਰੀਰ ਰੂਪੀ ਮਾਲਾ ਲਾ ਕੇ ਬੜੀ ਛੇਤੀ ਨਾਲ ਹੀ ਛੱਡ ਦਿੱਤੀ ਹੈ। ਜਿਵੇਂ ਸਰੀਰ 'ਤੇ ਆਪਣਾ ਐਵੇਂ ਕਹਿੰਦੇ ਛੱਡਿਆ ਛੇਤੀ ਨਾਲ, ਜਿਵੇਂ ਸਾਧ ਸੰਗਤ ਜੀ ਕੋਈ ਪੱਕਾ ਫਲ ਲੱਗਾ ਹੁੰਦਾ ਰੁੱਖ ਨੂੰ, ਉਹਨੂੰ ਹੱਥ ਲੱਗ ਜੇ ਤੇ ਧੜਮਕਾ ਦਾ ਥੱਲੇ ਡਿੱਗ ਪੈਂਦਾ, ਉਹ ਲੱਥ ਜਾਂਦਾ ਹੈ। ਛਿਨ ਮਾਤਰ 'ਚ ਸਰੀਰ ਛੱਡ ਦਿੱਤਾ ਆਪਣਾ। ਪਹੁੰਚਿਓ ਪਰਮ ਪਦੰ ਬੜ ਭਾਗੀ। ਵੱਡਿਆਂ ਭਾਗਾਂ ਵਾਲਾ ਭਾਈ ਮਰਦਾਨਾ ਪਰਮ ਪਦ ਵਿੱਚ ਪਹੁੰਚ ਗਿਆ, ਜਿੱਥੇ ਪਰਮ ਪਦਵੀ ਮਹਾਨ ਪਦਵੀ ਹੈ, ਸਤਿਗੁਰੂ ਸੱਚਖੰਡ ਦਾ ਸਥਾਨ, ਉੱਥੇ ਪਹੁੰਚ ਗਿਆ ਹੈ। ਸ੍ਰੀ ਅੰਗਦ ਮਹਿ ਜੋਤ ਸਮਾਨੀ। ਭਾਈ ਬਾਲਾ ਜੀ ਨੇ ਆਪਣੀ ਜਿਹੜੀ ਜੋਤ ਅੰਦਰਲੀ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਵਿੱਚ ਹੀ ਸਮਾ ਦਿੱਤੀ ਹੈ। ਕਿਉਂਕਿ ਗੁਰੂ ਨਾਨਕ ਸਾਹਿਬ ਜੀ ਨੇ ਕਿਹਾ ਸੀ, ਭਾਈ ਬਾਲੇ ਤੂੰ ਸਾਨੂੰ ਬੜਾ ਪਿਆਰਾ, ਤੇਰੇ ਵਿੱਚ ਸਾਡੇ ਵਿੱਚ ਕੋਈ ਭੇਦ ਨਹੀਂ ਹੈ, ਅਸੀਂ ਜੇ ਤੇਰੇ ਸੰਗੀ ਸਾਥੀ ਹਾਂ, ਇੱਥੇ ਲੋਕ ਪਰਲੋਕ ਦੇ, ਤੂੰ ਸਾਡੇ ਵਿੱਚ, ਅਸੀਂ ਤੇਰੇ ਵਿੱਚ ਹਾਂ। ਜਿਸ ਕਰਕੇ ਵੀ ਆਪਣੀ ਜੋਤ ਹੈ ਗੁਰੂ ਅੰਗਦ ਦੇਵ ਸਾਹਿਬ ਵਿੱਚ ਹੀ ਸਮਾ ਦਿੱਤੀ ਹੈ। ਜੋ ਪਾਣੀ ਮਹਿ ਮਿਲ ਹੈ ਪਾਣੀ। ਜਿਵੇਂ ਪਾਣੀ ਵਿੱਚ ਪਾਣੀ ਮਿਲ ਜਾਂਦਾ, ਪਤਾ ਨਹੀਂ ਨਾ ਲੱਗਦਾ। ਨਦੀਆਂ ਸਮੁੰਦਰ 'ਚ ਜਾ ਕੇ ਡਿੱਗਦੀਆਂ, ਸਮੁੰਦਰ 'ਚ ਵੇਖਿਆ ਪਤਾ ਨਹੀਂ ਲੱਗਦਾ ਵੀ ਅੱਜ ਕਿਹੜੀ ਨਦੀ ਆ ਕੇ ਪੈ ਗਈ ਇੱਥੇ। ਪਾਣੀ ਵਿੱਚ ਪਾਣੀ ਪੈ ਜੇ ਕੀ ਲੱਭੋਗੇ ਤੁਸੀਂ? ਗਲਾਸ ਵਾਲਾ ਪਾਣੀ ਕਿਹੜਾ, ਬਾਲਟੀ ਵਾਲਾ ਕਿਹੜਾ ਹੈ, ਬੂੰਦ ਵਾਲਾ ਕਿਹੜਾ ਹੈ, ਸਮੁੰਦਰ ਵਾਲਾ ਕਿਹੜਾ ਹੈ। ਜਿਉਂ ਜਲ ਮਹਿ ਜਲ ਆਏ ਖਟਾਨਾ, ਤਿਉਂ ਜੋਤੀ ਸੰਗ ਜੋਤ ਸਮਾਨਾ। ਮਿਟ ਗਏ ਗਵਨ ਪਾਏ ਬਿਸਰਾਮ, ਨਾਨਕ ਪ੍ਰਭ ਕੈ ਸਤਿਗੁਰ ਬਾਣ। ਸੂਰਜ ਕਿਰਨ ਮਿਲੇ ਜਲ ਕਾ ਜਲ ਹੂਆ ਰਾਮ,
ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ। ਉਹ ਬਰਫ਼ ਬਣ ਜਾਂਦੀ ਪਾਣੀ, ਜਦੋਂ ਸੂਰਜ ਦੀਆਂ ਕਿਰਨਾਂ ਉੱਤੇ ਪੈਂਦੀਆਂ ਉਹ ਬਰਫ਼ ਢਲ ਜਾਂਦੀ ਹੈ। ਢਲ ਕੇ ਜਿਹੜਾ ਪਾਣੀ ਵਗਦਾ ਉਹਦੇ ਵਿੱਚ ਹੀ ਮਿਲ ਜਾਂਦੀ, ਪਤਾ ਨਹੀਂ ਲੱਗਦਾ ਵੀ ਬਰਫ਼ ਕਿਹੜੀ ਹੈ ਪਾਣੀ ਕਿਹੜਾ ਹੈ। ਇਵੇਂ ਜਿਵੇਂ ਕਹਿੰਦੇ ਪਾਣੀ 'ਚ ਪਾਣੀ ਮਿਲ ਜਾਂਦਾ ਹੈ, ਇਸੇ ਤਰ੍ਹਾਂ ਆਪਣੀ ਜੋਤ ਗੁਰੂ ਅੰਗਦ ਦੇਵ ਸਾਹਿਬ ਜੀ ਵਿੱਚ ਸਮਾ ਦਿੱਤੀ ਹੈ ਭਾਈ ਬਾਲਾ ਜੀ ਨੇ। ਤਿਹ ਸ਼ਨ ਸ੍ਰੀ ਤੇਹਨ ਕੁਲ ਰਾਈ। ਉਸ ਸਮੇਂ ਜੋ ਸ਼੍ਰੋਮਣੀ ਤ੍ਰਿਣਾ ਦੀ ਕੁਲ ਦੇ ਰਾਜਾ ਰੂਪ ਗੁਰੂ ਅੰਗਦ ਦੇਵ ਸਾਹਿਬ ਜੀ ਹੈ। ਕਹ ਕਾ ਭਲੀ ਚਿਤਾ ਕਰਵਾਈ। ਕਹਿ ਕਰਕੇ ਸਿੱਖਾਂ ਨੂੰ ਸੋਹਣੀ ਜਿਹੜੀ ਚਿਖਾ ਹੈ ਉਹ ਤਿਆਰ ਕਰਵਾਈ ਹੈ। ਸਿੱਖਨ ਤੇ ਤਨ ਕੋ ਚਵਾਏ। ਸਿੱਖਾਂ ਨੂੰ ਹੁਕਮ ਕਰਕੇ ਸਿਆਣੇ ਸਿਆਣੇ ਸਿੱਖਾਂ ਤੋਂ ਕਹਿ ਕੇ ਭਾਈ ਬਾਲਾ ਜੀ ਦਾ ਸਰੀਰ ਚੁਕਵਾਇਆ ਹੈ, ਉਠਵਾਇਆ ਕੰਧਿਆਂ ਉੱਪਰ। ਰਾਖਿਓ ਉਪਰ ਤਾਹੇ ਬਣਾਏ। ਜਿਹੜੀ ਸੋਹਣੀ ਚੰਦਨ ਦੀ ਚਿਖਾ ਸਜਾਈ ਹੈ ਉਹਦੇ ਉੱਪਰ ਬਣਾ ਸਵਾਰ ਕੇ ਸਰੀਰ ਨੂੰ ਸੋਹਣੇ ਢੰਗ ਨਾਲ ਰੱਖਿਆ। ਪਹਿਲਾਂ ਵਿਵਾਨ ਬਣਾਇਆ, ਵਿਵਾਨ ਵਿੱਚ ਸਰੀਰ ਸਵਾਰਿਆ। ਜਿਹੜੀ ਗੁਰੂ ਘਰ ਦੀ ਕਿਰਿਆ ਅੰਤਮ ਸੰਸਕਾਰ ਦੀ ਵੀ ਕਿਵੇਂ ਕਰੀਦਾ, ਉਸ ਰੀਤੀ ਅਨੁਸਾਰ ਹੀ ਸਭ ਕੁਝ ਕਰਕੇ ਚਿਖਾ ਦੇ ਉੱਪਰ ਬਣਾ ਸਵਾਰ ਕੇ ਸਰੀਰ ਰੱਖਿਆ ਹੈ। ਬਾਹਰੋਂ ਆਪ ਨਿਕਟ ਚੱਲ ਆਏ। ਫਿਰ ਮਹਾਰਾਜ ਜੀ ਆਪ ਚੱਲ ਕੇ ਚਿਖਾ ਦੇ ਕੋਲ ਹੀ ਨੇੜੇ ਹੀ ਆਏ ਹੈ। ਤ੍ਰਿਣ ਅਗਨੀ ਕੋ ਹਾਥ ਉਚਾਏ। ਕੱਖਾਂ ਕਣਾਂ ਜਿਹਾਂ ਨੂੰ ਅੱਗ ਲਾ ਕੇ, ਭਾਵ ਜਿਹੜਾ ਝੰਡਾ ਲਾ ਕੇ ਕੱਖਾਂ ਕਾਣਾਂ ਨੂੰ ਤੇ ਹੱਥਾਂ ਵਿੱਚ ਚੁੱਕ ਲਿਆ। ਤਬ ਸਿੱਖ ਬਰਜ ਰਹੇ ਬਹੁ ਬਾਰੀ। ਉਸ ਵੇਲੇ ਹੱਥਾਂ ਵਿੱਚ ਅਗਨੀ ਦਾ ਝੰਡਾ ਚੁੱਕ ਕੇ ਮਹਾਰਾਜ ਜਦੋਂ ਅੱਗੇ ਵੱਲ ਹੋਏ, ਤਦੋਂ ਸਿੱਖਾਂ ਨੇ ਬਹੁਤ ਵਾਰ ਕਹਿ ਕੇ ਗੁਰੂ ਸਾਹਿਬ ਜੀ ਨੂੰ ਰੋਕਿਆ। ਮਹਾਰਾਜ ਤੁਸੀਂ ਕਾਹਨੂੰ ਇਵੇਂ ਕਰਦੇ ਹੋ, ਝੰਡਾ ਅਸੀਂ ਲਾ ਦਿੰਦੇ, ਮਹਾਰਾਜ ਤੁਸੀਂ ਪਿੱਛੇ ਰਹੋ। ਬੜੀ ਵਾਰ ਹੀ ਸਿੱਖਾਂ ਨੇ ਕਿਹਾ ਹੈ, ਰੋਕਿਆ ਹੈ। ਨਿਜ ਕਰ ਸੰਗ ਦਾਹੋ ਦੇ ਜਾਰੀ। ਫਿਰ ਵੀ ਮਹਾਰਾਜ ਵੀ ਇਹ ਸਾਡਾ ਪਿਆਰਾ ਹੈ ਭਾਈ ਬਾਲਾ, ਅਸੀਂ ਕਾਹਨੂੰ ਐਵੇਂ ਕਰਨਾ ਵੀ ਸਿੱਖਾਂ ਪਾਸੋਂ ਕਰਾਈ, ਇਹਦੀ ਸੇਵਾ ਅਸੀਂ ਆਪ ਹੀ ਕਰਾਂਗੇ। ਕਹਿੰਦਿਆਂ ਸਿੱਖਾਂ ਦੇ ਆਪਣੇ ਹੱਥਾਂ ਨਾਲ ਹੀ ਮਹਾਰਾਜ ਜੀ ਨੇ ਭਾਈ ਬਾਲਾ ਜੀ ਦਾ ਸਰੀਰ ਸਾੜਿਆ ਹੈ। ਸਰੀਰ ਨੂੰ ਜਿਹੜਾ ਹੈ ਅੰਤਮ ਸੰਸਕਾਰ ਦੀ ਕਿਰਿਆ ਕੀਤੀ, ਆਪਣੇ ਹੱਥੀਂ ਝੰਡਾ ਲਾਇਆ ਉਸ ਦੇਹ ਨੂੰ। ਕਿਉਂਕਿ ਗੁਰੂ ਮਹਾਰਾਜ ਇਹ ਭੇਦ ਨਹੀਂ ਰੱਖਦੇ ਵੀ ਅਸੀਂ ਗੁਰੂ ਹੁੰਦੇ ਹਾਂ, ਚਲੋ ਸਿੱਖ ਕੰਮ ਕਰਨ ਅਸੀਂ ਕਿਉਂ ਕਰੀਏ। ਗੁਰੂ ਜੀ ਦਾ ਪਿਆਰ ਹੈ, ਗੁਰ ਸਿੱਖਾਂ ਇੱਕੋ ਪਿਆਰ, ਗੁਰ ਮਿੱਤਾਂ ਪੁੱਤਾਂ ਭਾਈਆਂ। ਗੁਰੂ ਜੀ ਦਾ ਸਿੱਖਾਂ ਨਾਲ ਇੱਕੋ ਹੀ ਪਿਆਰ ਹੈ। ਜਿਹੋ ਜਿਹਾ ਪੁੱਤਰਾਂ ਨਾਲ, ਮਿੱਤਰਾਂ ਨਾਲ, ਭਰਾਵਾਂ ਨਾਲ, ਉਹੋ ਜਿਹਾ ਗੁਰੂ ਜੀ ਸਿੱਖਾਂ ਨਾਲ ਪ੍ਰੇਮ ਕਰਦੇ। ਪੁੱਤਰਾਂ ਨੂੰ ਚੰਗਾ ਨਹੀਂ ਚਾਹੁੰਦੇ ਸਿੱਖਾਂ ਨਾਲੋਂ, ਪੁੱਤਰਾਂ ਨੂੰ ਪਿੱਛੇ ਮਹਾਰਾਜ ਕਰ ਦਿੰਦੇ ਅਤੇ ਕੀਤੇ ਵੀ ਹੈ, ਪਰ ਸਿੱਖ ਪਿੱਛੇ ਨਹੀਂ ਕੀਤੇ। ਗੁਰੂ ਜੀ ਦਾ ਸਿੱਖਾਂ ਨਾਲ ਪਿਆਰ ਹੈ। ਗੁਰ ਸਿੱਖਾਂ ਇੱਕੋ ਪਿਆਰ, ਗੁਰ ਮਿੱਤਾਂ ਪੁੱਤਾਂ ਭਾਈਆਂ। ਭਰਾ ਨਹੀਂ ਵੇਖੇ ਮਹਾਰਾਜ ਨੇ ਕਦੀ, ਪੁੱਤਰ ਨਹੀਂ ਵੇਖੇ, ਪਿਆਰੇ ਨਹੀਂ ਵੇਖੇ, ਸੰਬੰਧੀ ਨਹੀਂ ਵੇਖੇ। ਜੇ ਵੇਖਿਆ ਤਾਂ ਸਿੱਖ ਦਾ ਪ੍ਰੇਮ ਵੇਖਿਆ, ਸਿੱਖ ਨੂੰ ਵਡਿਆਈ ਦਿੱਤੀ ਹੈ। ਗੁਰੂ ਨੂੰ ਸਿੱਖ ਪਿਆਰੇ ਹੈ, ਪੁੱਤਰ ਨਹੀਂ ਪਿਆਰੇ। ਜਿਵੇਂ ਸਾਨੂੰ ਤੇ ਪੁੱਤਰ ਪਿਆਰੇ, ਸਿੱਖ ਕਿੱਥੇ ਪਿਆਰੇ ਹਨ। ਅਪਰ ਨਾ ਕਿਛ ਗਿਣਤੀ ਔਰ ਧਾਰੇ। ਹੋਰ ਤੇ ਕੁਝ ਗੁਰੂ ਜੀ ਗਿਣਤੀ ਰਿਜ ਦੇ ਵਿੱਚ ਧਾਰਦੇ ਹੀ ਨਹੀਂ ਹੈ ਵੀ ਜਿਵੇਂ ਸਿੱਖ ਕਹਿਣ ਡੇ ਆ ਵੀ ਮਹਾਰਾਜ ਅਸੀਂ ਆਪਣੇ ਹੱਥੀਂ ਝੰਡਾ ਲਾ ਦਿੰਦੇ ਹਾਂ ਭਾਈ ਬਾਲਾ ਜੀ ਦੇ ਸਰੀਰ ਨੂੰ। ਅਤੇ ਉਹ ਕੋਈ ਹੋਵੇ ਕੱਚਾ ਪਿੱਲਾ ਗੁਰੂ, ਅਤੇ ਪਹਿਲੀ ਗੱਲ ਉਹਨੇ ਦੇਖਣਾ ਮੇਰਾ ਅੱਜ ਟਾਈਮ ਨਹੀਂ। ਉਹ ਜਿਵੇਂ ਅੱਜ ਕੱਲ੍ਹ ਦੇ ਬਣੇ ਫਿਰਦੇ ਸੰਤ ਮਹਾਤਮਾ, ਉਹ ਕਹਿੰਦਾ ਵੀ ਕੋਈ ਸੇਵਾਦਾਰ ਚੜ੍ਹਾਈ ਕਰ ਜੇ ਤਾਂ ਉਹ ਜਿੱਥੇ ਆਪਣੇ ਕੰਮ 'ਤੇ ਲੱਗੇ ਉੱਥੇ ਨਿਕਲ ਹੀ ਜਾਂਦੇ। ਇਹ ਨਹੀਂ ਵੇਖਦੇ ਇਹ ਸਿੱਖ ਨੇ ਪੰਥ ਦੀ ਕਿੰਨੀ ਸੇਵਾ ਕੀਤੀ ਹੈ, ਇਹ ਸਿੱਖ ਨੇ ਵੀ ਜਥੇ ਵਿੱਚ ਰਹਿ ਕੇ ਕਿੰਨੀ ਸੇਵਾ ਕੀਤੀ, ਕੁਝ ਨਹੀਂ ਵੇਖਦੇ। ਆਪੋ ਆਪਣੇ ਕੰਮਾਂ 'ਚ ਰੁੱਝੇ ਰਹਿੰਦੇ। ਉਹ ਆਪਣੇ ਆਪ 'ਚ ਮਹਾਤਮਾ ਹੋਣ ਵਾਲੇ ਵੀ ਝੂਠੇ ਅੱਜ ਕੱਲ੍ਹ ਦੇ ਗੁਰੂ ਵੀ। ਇਹਦੇ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ ਹੈ ਜਿਹੜੀ ਹ੍ਰਿਦੇ ਵਿੱਚ ਕੋਈ ਗਿਣਤੀ ਨਹੀਂ ਹੋਰ ਕੋਈ ਧਾਰਦੇ ਵੀ ਅਸੀਂ ਚਲੋ ਨਾ ਲਾਈਏ ਝੰਡਾ, ਸਿੱਖ ਹੀ ਲਾ ਦੇਣ ਕਹਿ ਰਹੇ ਹੈ। ਮਹਾਰਾਜ ਤੇ ਸਗੋਂ ਆਪ ਹੱਥੀਂ ਸੇਵਾ ਕੀਤੀ ਹੈ। ਬਸ ਧੋਕ ਛੱਡ ਹੀ ਗਿਆ ਜੀ ਸਤਿਗੁਰ ਕੇ।
ਜਿਹ ਸਤਿਗੁਰ ਕੋ ਸੇਵਕ ਪਿਆਰੇ। ਜਿਸ ਸਤਿਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਨੂੰ ਸੇਵਕ ਭਾਈ ਆਪਣੇ ਪਿਆਰੇ ਐ। ਅਪਰ ਨਾ ਕਿਛ ਗਿਣਤੀ ਔਰ ਧਾਰੇ। ਉਹ ਗੁਰੂ ਹੋਰ ਕੋਈ ਆਪਣੇ ਅੰਦਰ ਹਿਰਦੇ ਅੰਦਰ ਗਿਣਤੀ ਨਹੀਂ ਧਾਰਦੇ। ਵੈਸੇ ਬਾਹਰ ਸਰਬ ਸਿਖ ਮਾਹੀ। ਫਿਰ ਗੁਰੂ ਮਹਾਰਾਜ ਅੰਤਮ ਸੰਸਕਾਰ ਦੀ ਕਿਰਿਆ ਕਰਕੇ ਸਿੱਖਾਂ ਸਾਰਿਆਂ ਵਿੱਚ ਆਣ ਕੇ ਬਿਰਾਜਮਾਨ ਹੋ ਕੇ ਬੈਠੇ। ਬਾਲੇ ਕੀ ਉਸਤਤ ਬਹੁ ਪ੍ਰਾਹੀ। ਭਾਈ ਬਾਲੇ ਦੀ ਉਸਤਤੀ ਬਹੁਤ ਹੀ ਮਹਾਰਾਜ ਨੇ ਕੀਤੀ ਹੈ। ਧੰਨ ਧੰਨ ਸਭ ਹੀ ਨਰ ਕਹੀ। ਸੰਗਤ ਵਿੱਚ ਬੈਠੇ ਸੁਣ ਕੇ ਵੀ ਗੁਰੂ ਅੰਗਦ ਦੇਵ ਮਹਾਰਾਜ ਧੰਨ ਧੰਨ ਕਹਿ ਰਹੇ ਤੇ ਆਪ ਵੀ ਉਹਨਾਂ ਸੁਣਿਆ ਸੀ ਭਾਈ ਬਾਲਾ ਜੀ ਨੂੰ। ਕਹਿੰਦੇ ਭਾਈ ਬਾਲਾ ਤੂੰ ਧੰਨ ਹੈ, ਭਾਈ ਬਾਲਾ ਤੂੰ ਧੰਨ ਹੈ, ਤੇਰੇ ਵਰਗਾ ਕੌਣ ਹੋ ਸਕਦਾ ਹੈ। ਸ੍ਰੀ ਨਾਨਕ ਹਿਤਕਾਰੀ ਅਹੀ। ਸਾਰੇ ਕਹਿੰਦੇ ਵੀ ਗੁਰੂ ਨਾਨਕ ਸਾਹਿਬ ਜੀ ਦਾ ਬਹੁਤ ਪ੍ਰੇਮੀ ਪਿਆਰਾ ਹੋਇਆ ਭਾਈ ਬਾਲਾ, ਬੜਾ ਹਿੱਤ ਕਰਨ ਵਾਲਾ ਹੋਇਆ। ਗੁਰੂ ਮਹਾਰਾਜ ਵੀ ਭਾਈ ਬਾਲੇ ਨੂੰ ਬੜਾ ਹਿੱਤ ਪ੍ਰੇਮ ਕਰਦੇ ਸੀ, ਕਦੀ ਵੀ ਉਹਦੇ ਬਿਨਾਂ ਇਕੱਲੇ ਜਾਂਦੇ ਨਹੀਂ ਸਨ। ਇਵੇਂ ਭਾਈ ਬਾਲਾ ਜੀ ਨੇ ਸਾਧ ਸੰਗਤ ਜੀ ਆਪਣਾ ਅੰਤਮ ਜਿਹੜਾ ਹੈ ਇਹ ਪੰਜ ਭੂਤਕ ਸਰੀਰ ਨੂੰ ਛੱਡਿਆ ਅਤੇ ਉੱਥੇ ਇਸ ਸਰੀਰ ਨੂੰ ਪਹੁੰਚਾਇਆ। ਉੱਥੇ ਭਾਈ ਬਾਲਾ ਜੀ ਨੇ ਵਾਸਾ ਕੀਤਾ। ਸਤਿਗੁਰ ਜੋ ਕਾ ਤਹਾਂ ਨਿਵਾਸਾ ਜੈ ਅਵਗਤ ਨਾਥ ਅਗਮਤ ਨਹੀਂ। ਜਿੱਥੇ ਗੁਰੂ ਕਾ ਵਾਸਾ ਹੈ ਉੱਥੇ ਆਪਣਾ ਵਾਸਾ ਕੀਤਾ। ਜਿੱਥੇ ਬੇਗਮਪੁਰਾ ਸ਼ਹਿਰ ਕੋ ਨਾਓ ਦੁਖ ਅੰਦੋਹ ਨਹੀਂ ਤੇ ਠਾਓ। ਨਾ ਤਸਵੀਸ ਖਿਰਾਜ ਨਾ ਮਾਲ ਖੌਫ ਨਾ ਖਤਾ ਨਾ ਤਰਸ ਜਵਾਲ। ਸੂਰਜ ਕਿਰਨ ਮਿਲੇ ਜਲ ਕਾ ਜਲ ਹੁਆ ਰਾਮ। ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ। ਜਿਉ ਜਲ ਮਹਿ ਜਲ ਆਏ ਖਟਾਨਾ ਤਿਉ ਜੋਤੀ ਸੰਗ ਜੋਤ ਸਮਾਨਾ। ਮਿਟ ਗਏ ਗਮਨ ਪਾਏ ਬਿਸਰਾਮ ਨਾਨਕ ਪ੍ਰਭ ਕੈ ਸਤਿਗੁਰ ਬਾਣ। ਧੰਨ 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 ਜਨ ਆਇਆ ਜਿਸ ਪ੍ਰਸਾਦ ਸਭ ਜਗਤ ਧਰਾਇਆ। ਆਪ ਮੁਕਤ ਕਰੇ ਸੰਸਾਰ ਨਾਨਕ ਤਿਸ ਜਨ ਕੋ ਸਦਾ ਨਮਸਕਾਰ। ਐਸੇ ਭਾਈ ਬਾਲਾ ਜੀ ਜੋ ਜਨਮ ਮਰਨ ਦੋਹੂ ਮੈਂ ਨਾਹੀ। ਜਨ ਪਰਉਪਕਾਰੀ ਆਏ ਜੀ ਦਾਨ ਦੇ ਭਗਤੀ ਲਾਇਨ ਹਰ ਸੋ ਲੈਣ ਮਲਾਏ। ਪਰਉਪਕਾਰੀ ਗੁਰੂ ਪਿਆਰੇ। ਗੁਰਮੁਖ ਜਨਮ ਸਵਾਰ ਦਰਗਹਿ ਚੱਲਿਆ। ਸੱਚੀ ਦਰਗਹਿ ਜਾਏ ਸੱਚਾ ਪਿੜ ਮੱਲਿਆ। ਸੂਖ ਮਹਿਲ ਜਾ ਕੇ ਊਚ ਦੁਆਰੇ ਤਾਂ ਮਹਿ ਵਾਸੈ ਭਗਤ ਪਿਆਰੇ। ਉੱਥੇ ਭਾਈ ਬਾਲਾ ਜੀ ਨੇ ਨਿਵਾਸ ਕੀਤਾ। ਸਾਧ ਸੰਗਤ ਜੀ ਇਵੇਂ ਜੋ ਜਿਨ੍ਹਾਂ ਨੇ ਸਰੀਰ ਵਿੱਚ ਰਹਿੰਦਿਆਂ ਗੁਰੂ ਮਹਾਰਾਜ ਦੀ ਬੇਅੰਤ ਸੇਵਾ ਕੀਤੀ, ਕਿੰਨਾ ਪਰਉਪਕਾਰ ਕੀਤਾ ਵੀ ਸੋਹਣਾ ਇਤਿਹਾਸ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਸੁਣਾਇਆ। ਜਿਹੜੇ ਜਿਸ ਨੂੰ ਸੁਣ ਕੇ ਅੱਜ ਬੇਅੰਤ ਜੀਵਾਂ ਦਾ ਭਲਾ ਹੋ ਰਿਹਾ ਅਤੇ ਐਡੀ ਵੱਡੀ ਦਾਤ ਭਾਈ ਬਾਲਾ ਜੀ ਨੇ ਸਾਧ ਸੰਗਤ ਨੂੰ ਵੀ ਦਿੱਤੀ ਹੈ। ਗੁਰੂ ਮਹਾਰਾਜ ਹਜ਼ੂਰੀ ਜੀ ਵਿੱਚ ਇਤਿਹਾਸ ਸੁਣਾਇਆ। ਆਪਣਾ ਜਿੰਨਾ ਜੀਵਨ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਸੇਵਾ 'ਚ ਬਤੀਤ ਕੀਤਾ। ਫਿਰ ਗੁਰੂ ਅੰਗਦ ਦੇਵ ਮਹਾਰਾਜ ਦੇ ਚਰਨਾਂ ਵਿੱਚ ਆ ਕੇ ਮੱਥਾ ਟੇਕਿਆ। ਇਤਿਹਾਸ ਸੁਣਾ ਕੇ ਵੱਡੀ ਸੇਵਾ ਕਰਕੇ ਅਤੇ ਸਰੀਰ ਛੱਡਿਆ। ਗੁਰ ਕੀ ਮਹਿਮਾ ਕਹੀ ਨਾ ਜਾਏ ਪਾਰ ਬ੍ਰਹਮ ਗੋ ਰਹਿ ਸਮਾਏ। ਮਹਿਮਾ ਕਹੀ ਨਾ ਜਾਏ ਗੁਰ ਸਮਰੱਥ ਦੇਵ। ਗੁਰੂ ਦੀ ਮਹਿਮਾ ਕਹੀ ਨਹੀਂ ਜਾ ਸਕਦੀ, ਪਰ ਭਾਈ ਬਾਲਾ ਜੀ ਨੇ ਆਪਣੇ ਮੁੱਖੋਂ ਕਹੀ ਹੈ, ਜਿਹਨੂੰ ਆਪਾਂ ਪੜ੍ਹਿਆ ਸੁਣਿਆ ਹੈ ਕਿੰਨਾ ਸਮਾਂ, ਕੁਝ ਮਹੀਨਿਆਂ ਤੋਂ। ਇਵੇਂ ਸਾਧ ਸੰਗਤ ਜੀ ਭਾਈ ਬਾਲਾ ਜੀ ਨੇ ਪਰਲੋਕ ਗਮਨ ਕੀਤਾ। ਜੋ ਸੰਧੂ ਗੋਤ ਦੇ ਸਨ ਭਾਈ ਬਾਲਾ ਜੀ ਅਤੇ ਚੰਦਰਭਾਣ ਇਹਨਾਂ ਦੇ ਪਿਤਾ ਜੀ ਦਾ ਨਾਮ ਸੀ। ਤਲਵੰਡੀ ਨਗਰ ਦੇ ਵਸਨੀਕ ਸਨ। ਉੱਥੇ ਸ੍ਰੀ ਨਨਕਾਣਾ ਸਾਹਿਬ ਵੀ ਇਹਨਾਂ ਦਾ ਜਿਹੜਾ ਜਨਮ ਹੋਇਆ। ਉੱਥੇ ਗੁਰੂ ਨਾਨਕ ਸਾਹਿਬ ਜੀ ਜਨਮ ਹੋਇਆ। ਸੰਗੀ ਸਾਥੀ ਮਿਲ ਜੁਲ ਕੇ ਰਹੇ ਹੈ। ਇਸ ਤਰ੍ਹਾਂ ਆਪਾਂ ਜਿਹੜਾ ਪ੍ਰਸੰਗ ਸਰਵਣ ਕੀਤਾ। ਹੁਣ ਇੱਥੇ ਸਮਾਪਤੀ ਕਰੀਏ ਜੀ। ਏਤ ਸ੍ਰੀ ਗੁਰੂ ਨਾਨਕ ਪ੍ਰਕਾਸ਼ ਗ੍ਰੰਥੇ ਉਤਰਾਰਦੇ। ਭਾਈ ਬਾਲੇ ਕੋ ਪਰਲੋਕ ਗਮਨ ਪ੍ਰਸੰਗ। ਵਰਣਨੰ ਨਾਮ 46ਵਾਂ ਅਧਿਆਏ। ਇੱਥੇ ਸ੍ਰੀ ਗੁਰੂ ਨਾਨਕ ਪ੍ਰਕਾਸ਼ ਗ੍ਰੰਥ ਦੇ ਬਾਅਦ ਵਾਲੇ ਹਿੱਸੇ ਦੇ 46 ਜਿਹੜੇ ਅਧਿਆਏ ਸਮਾਪਤ ਹੋਏ ਹੈ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਗੁਰੂ ਕੀ ਸੰਗਤ ਬਖਸ਼ਨਾਰੇ ਬਖਸ਼ ਲੈਣਾ ਜੀ। ਭੁੱਲਾਂ ਚੁੱਕਾਂ ਦੀ ਖਿਮਾ ਵਿਚਾਰਾਂ ਦੀ ਸਮਾਪਤੀ। ਵੈਸੇ ਬਹਰ ਸਰਬ ਸਿਖ ਮਾਹੀ।
ਬਾਲੇ ਕੀ ਉਸਤਤ ਬਹੁ ਪ੍ਰਾਹੀ ਧਨ ਧਨ ਸਭ ਹੀ ਨਰ ਕਹਿਈ ਸ੍ਰੀ ਨਾਨਕ ਹਿਤਕਾਰੀ ਅਹੀ ਇਤ ਸ੍ਰੀ ਗੁਰ ਨਾਨਕ ਪ੍ਰਕਾਸ਼ ਗ੍ਰੰਥੇ ਉਤਰਾਰਦੇ ਭਾਈ ਬਾਲੇ ਕੋ ਪਰਲੋਕ ਗਮਨ ਪ੍ਰਸੰਗਾ ਵਰਣਨ ਨਾਮ 46 ਅਧਿਆਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।